ਸਾਧ ਸੰਗਤ ਮਨਮੁਖ ਬੰਦਾ ਹੋਵੇ ਉਹਦੇ ਵੀ ਸਵਾਸ ਚੱਲਦੇ ਨੇ, ਕੋਈ ਗੁਰਮੁਖ ਬੰਦਾ ਹੈ ਉਹਦੇ ਵੀ ਸਵਾਸ ਚੱਲਦੇ ਨੇ। ਇਹ ਨਹੀਂ ਹੈ ਵੀ ਜਿਹੜਾ ਬੰਦਾ ਰੱਬ ਦਾ ਨਾਮ ਜਪਦਾ ਉਹਦੇ ਸਵਾਸ ਵਧੀਆ ਚੱਲਦੇ ਨੇ, ਜਿਹੜਾ ਨਾਮ ਨਹੀਂ ਜਪਦਾ ਉਹਦੇ ਸਵਾਸ ਨਹੀਂ ਚੱਲਦੇ। ਦਿਲ ਦੀ ਧੜਕਣ ਜਿਹੜੀ ਹੈ ਉਹ ਮਨਮੁਖ ਦੇ ਸਰੀਰ ਵਿੱਚ ਵੀ ਚੱਲ ਰਹੀ ਹੈ, ਗੁਰਮੁਖ ਦੇ ਸਰੀਰ ਵਿੱਚ ਵੀ। ਸਾਹ ਜਿਹੜਾ ਹੈ ਉਹ ਮਨਮੁਖ ਵੀ ਲੈ ਰਿਹਾ ਹੈ, ਸੰਤ ਵੀ ਲੈ ਰਿਹਾ ਹੈ। ਅੱਖਾਂ ਦੀ ਜੋਤ ਰੱਬ ਨੇ ਵੇਖਣ ਵਾਸਤੇ ਮਨਮੁਖ ਨੂੰ ਵੀ ਦਿੱਤੀ ਹੈ, ਗੁਰਮੁਖ ਨੂੰ ਵੀ ਅੱਖਾਂ ਵਿੱਚ ਉਹ ਜੋਤ ਦਿੱਤੀ ਹੈ। ਅਕਾਲ ਪੁਰਖ ਨੇ ਇਹ ਸਭ ਕੁਝ ਸਮਾਨ ਨਿਰੰਤਰ ਸੰਸਾਰ ਵਿੱਚ ਰੱਖਿਆ, ਕੁਝ ਪ੍ਰਕਿਰਿਆ ਸਾਰਿਆਂ ਵਾਸਤੇ ਸਮਾਨ ਹੈ। ਗੁਰਮੁਖ ਨੂੰ ਵੀ ਪੈਰ ਚੱਲਣ ਵਾਸਤੇ ਦਿੱਤੇ, ਮਨਮੁਖ ਨੂੰ ਵੀ ਪੈਰ ਚੱਲਣ ਵਾਸਤੇ ਦਿੱਤੇ। ਐਂ ਕਦੇ ਵੀ ਨਹੀਂ ਹੁੰਦਾ ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ ਉਹਨੂੰ ਰੱਬ ਅੱਖਾਂ ਨਹੀਂ ਦਿੰਦਾ ਵੇਖਣ ਵਾਸਤੇ, ਉਹਨੂੰ ਵੀ ਅੱਖਾਂ ਦਿੱਤੀਆਂ ਹੋਈਆਂ, ਉਹਦੇ ਵੀ ਸਵਾਸ ਚੱਲਦੇ ਨੇ, ਉਹਨੂੰ ਵੀ ਬੋਲਣ ਵਾਸਤੇ ਜ਼ੁਬਾਨ ਦਿੱਤੀ ਹੋਈ ਹੈ। ਪਰ ਸਾਧ ਸੰਗਤ ਗੁਰਮੁਖ ਜਿਹੜੇ ਹਨ ਉਹ ਗੁਰੂ ਦੀ ਜੁਗਤ ਨਾਲ ਸਵਾਸ ਸਫਲ ਕਰ ਲੈਂਦੇ ਨੇ। ਮਨਮੁਖ ਜਿਹੜੇ ਹਨ ਉਹਨਾਂ ਦੇ ਸਵਾਸ ਵਿਅਰਥ ਚਲੇ ਜਾਂਦੇ। ਗੁਰਮੁਖ ਜਿਹੜੇ ਹਨ ਉਹ ਰੱਬ ਦੇ ਦਿੱਤੇ ਪੈਰਾਂ ਨਾਲ ਚੰਗੇ ਪਾਸੇ ਚੱਲ ਕੇ ਜਾਂਦੇ। ਮਨਮੁਖ ਜਿਹੜੇ ਹਨ ਉਹ ਆਪਣੇ ਮਨ ਦੇ ਮਗਰ ਲੱਗ ਕੇ ਉਹਨਾਂ ਪੈਰਾਂ ਨਾਲ ਇਸ ਵਕਤ ਸ਼ਰਾਬ ਦੇ ਠੇਕਿਆਂ ਵੱਲ ਵੀ ਚਲੇ ਜਾਂਦੇ। ਰੱਬ ਨੇ ਪੈਰਾਂ ਦੀ ਸਮਰੱਥਾ ਸਭ ਨੂੰ ਦਿੱਤੀ ਹੋਈ ਹੈ। ਗੁਰਮੁਖ ਤੇ ਮਨਮੁਖ ਸਾਧ ਸੰਗਤ ਇਹ ਗੁਰੂ ਦੀ ਮੱਤ ਨਾਲ ਕੋਈ ਗੁਰਮੁਖ ਹੋ ਜਾਂਦਾ ਹੈ, ਮਨ ਦੀ ਮੱਤ ਦੇ ਮਗਰ ਲੱਗ ਕੇ ਕੋਈ ਬੰਦਾ ਮਨਮੁਖ ਹੋ ਜਾਂਦਾ ਹੈ। ਗੁਰਮੁਖ ਉਹਨੂੰ ਕਹਿੰਦੇ ਨੇ ਜਿਸ ਦਾ ਮੁਖ ਜਿਹੜਾ ਹੈ ਉਹ ਗੁਰੂ ਵੱਲ ਦੇ ਪਾਸੇ ਹੈ। ਜਿਸ ਨੇ ਗੁਰੂ ਦੀ ਮੱਤ ਧਾਰਨ ਕਰ ਲਈ ਉਹ ਫਿਰ ਜ਼ੁਬਾਨ ਤੋਂ ਤਾਂ ਮਨਮੁਖ ਵੀ ਬੋਲਦਾ ਪਰ ਉਹ ਫਿੱਕਾ ਵੀ ਬੋਲਦਾ ਹੈ, ਕੌੜਾ ਵੀ ਬੋਲਦਾ ਹੈ, ਝੂਠ ਵੀ ਬੋਲਦਾ। ਗੁਰਮੁਖ ਵੀ ਉਸ ਜ਼ੁਬਾਨ ਨਾਲ ਬੋਲਦਾ ਪਰ ਉਹਦੇ ਕੋਲ ਗੁਰੂ ਦੀ ਮੱਤ ਹੈ। ਸਾਧ ਸੰਗਤ ਉਹਦੀ ਰਸਨਾ ਫਿਰ ਸੱਚ ਬੋਲਦੀ ਹੈ। ਮਨਮੁਖ ਦੀ ਰਸਨਾ ਤੋਂ ਸੰਸਾਰ ਦੀਆਂ ਗੱਲਾਂ, ਗੁਰਮੁਖ ਦੀ ਰਸਨਾ ਤੋਂ ਹਰ ਗੱਲ ਵਿੱਚ ਨਿਕਲਦਾ ਹੈ ਸਤਿਨਾਮ ਸ੍ਰੀ ਵਾਹਿਗੁਰੂ। ਉਹ ਗੁਰੂ ਦੀ ਮੱਤ ਲੈ ਕੇ ਕਹਿੰਦਾ ਸਭ ਕੁਝ ਗੁਰੂ ਨੇ ਕੀਤਾ। ਭਾਈ ਰੱਬ ਦੇ ਹੱਥ ਹੈ, ਗੁਰੂ ਦੇ ਹੱਥ ਹੈ, ਉਹਨੂੰ ਵਾਰ-ਵਾਰ ਗੁਰੂ ਯਾਦ ਆਉਂਦਾ ਹੈ। ਇਸ ਤਰ੍ਹਾਂ ਸੁਹਾਸ ਪਾਤਸ਼ਾਹ ਨੇ ਬਾਣੀ ਅੰਦਰ ਇੱਕ ਸ਼ਬਦ ਕਿਹਾ ਹੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਸਵਾਸ ਤਾਂ ਹਾਥੀ ਵੀ ਲੈਂਦਾ, ਉਹਦਾ ਸਵਾਸ ਤਾਂ ਦੂਜਿਆਂ ਨਾਲੋਂ ਬਹੁਤ ਭਾਰਾ ਸਾਹ ਹੈ। ਹਾਥੀ ਜਦੋਂ ਸਾਹ ਭਰਦਾ ਹੈ ਕਿੱਡਾ ਵੱਡਾ ਉਹਦਾ ਸਰੀਰ ਭਾਰਾ ਹੈ, ਬਲਸ਼ਾਲੀ ਹੈ, ਕਿੰਨੀ ਉਹ ਹਵਾ ਅੰਦਰ ਪੇਟ ਵਿੱਚ ਭਰ ਕੇ ਫਿਰ ਸਾਹ ਲੈਂਦਾ। ਤਾਂ ਕਹਿੰਦੇ ਉਹਦਾ ਸਵਾਸ ਤਾਂ ਸਾਰਿਆਂ ਨਾਲੋਂ ਬਹੁਤ ਵੱਡਾ ਸਵਾਸ ਹੈ, ਉਹ ਤਾਂ ਸਾਹ ਬਹੁਤ ਭਾਰਾ ਸਾਹ ਲੈਂਦਾ। ਕਦੇ ਧਰਤੀ ਤੇ ਪਿਆ ਹਾਥੀ ਜਦੋਂ ਸਾਹ ਲੈਂਦਾ ਉਹ ਮੂੰਹ ਦੇ ਰਾਹੀਂ, ਸੁੰਡ ਰਾਹੀਂ ਜਦੋਂ ਮੂੰਹ ਰਾਹੀਂ ਹਵਾ ਬਾਹਰ ਕੱਢਦਾ ਤਾਂ ਕਿੰਨੀ ਧੂੜ ਉਡਾ ਦਿੰਦਾ। ਉਹਦਾ ਸਵਾਸ ਇੰਨਾ ਵੱਡਾ। ਆਪਾਂ ਫੂਕ ਮਾਰੀਏ ਮੂੰਹ ਨਾਲ ਤਾਂ ਤੁਸੀਂ ਮਿੱਟੀ ਨਹੀਂ ਉਡਾ ਸਕਦੇ। ਸਾਡੀ ਫੂਕ ਨਾਲ ਬਹੁਤੀ ਮਿੱਟੀ ਨਹੀਂ ਉੱਡਦੀ। ਜਦੋਂ ਤੁਸੀਂ ਸਾਹ ਲੈਂਦੇ ਹੋ ਕੋਈ ਮਿੱਟੀ ਥੋੜ੍ਹੀ ਉੱਡਦੀ ਸਾਹ ਲੈਣ ਨਾਲ। ਪਰ ਹਾਥੀ ਦਾ ਸਾਹ ਉਹ ਇੰਨਾ ਲੰਬਾ ਸਾਸ ਹੈ, ਉਹ ਜਦੋਂ ਪੇਟ ਵਿੱਚ ਹਵਾ ਭਰ ਕੇ ਸਵਾਸ ਲੈਂਦਾ ਹੈ ਤਾਂ ਪਾਤਸ਼ਾਹ ਕਹਿੰਦੇ ਭਾਈ ਉਹ ਤਾਂ ਖੇ ਉਡਾ ਦਿੰਦਾ, ਮਿੱਟੀ ਉਡਾ ਦਿੰਦਾ। ਬੰਦੇ ਦੇ ਮੁਕਾਬਲੇ ਹਾਥੀ ਦਾ ਖਾਣਾ ਉਹ 100 ਮਣ ਘਿਓ, ਸ਼ੱਕਰ, ਗੁੜ, ਅਨਾਜ ਖਾ ਜਾਂਦਾ। ਤਾਂ ਪਾਤਸ਼ਾਹ ਬਚਨ ਕਹਿੰਦੇ 100 ਮਣ ਹਸਤੀ ਘਿਓ ਗੁੜ ਖਾਵੇ। ਕਹਿੰਦੇ ਉਹਨੂੰ 100 ਮਣ ਘਿਓ ਗੁੜ ਪਾ ਦਿਓ ਹਸਤੀ, ਕਹਿੰਦੇ ਹਾਥੀ ਨੂੰ, ਤਾਂ ਕਹਿੰਦੇ ਇੰਨਾ ਅਨਾਜ ਖਾ ਜਾਂਦਾ। ਪਰ ਉਹ ਫਿਰ ਕਰਦਾ ਕੀ, ਡੱਕੈ ਫੂਕੈ ਖੇ ਉਡਾਵੇ, ਸਾਹ ਗਿਆ ਪਛਤਾਵੇ। ਕਹਿੰਦੇ ਇੰਨਾ ਅਨਾਜ ਖਾ ਕੇ ਫਿਰ ਸਵਾਸ ਕਿੰਨੇ ਭਾਰੇ ਸਵਾਸ ਲੈਂਦਾ ਪਰ ਉਹ ਖੇ ਉਡਾਉਂਦਾ ਸਾਹ ਲੈ ਕੇ, ਸਫਲ ਨਹੀਂ ਹੈ। ਉਹਦੇ ਸਵਾਸ ਵਿੱਚ ਹਵਾ ਵਿੱਚ ਖੇ ਮਿੱਟੀ ਉੱਡਦੀ। ਦੂਜੇ ਪਾਸੇ ਫਿਰ ਪਾਤਸ਼ਾਹ ਨੇ ਇੱਕ ਉਦਾਹਰਨ ਦਿੱਤੀ, ਕਹਿੰਦੇ ਚਿੜੀ ਦਾ ਸਾਸ ਉਹ ਤਾਂ ਬਹੁਤ ਛੋਟਾ ਜਿਹਾ ਸਾਹ ਹੈ ਔਰ ਹਾਥੀ ਦੇ ਮੁਕਾਬਲੇ ਚਿੜੀ ਤਾਂ ਵਿਚਾਰੀ ਅੱਧੇ ਦਾਣੇ ਨਾਲ ਰੱਜ ਜਾਂਦੀ ਹੈ। ਹਾਥੀ ਨੂੰ ਤਾਂ ਮਣਾ ਮੂੰਹੀ ਅਨਾਜ ਪਾਓ ਫਿਰ ਮਸੀਂ ਰੱਜਦਾ।
ਚਿੜੀ ਨੂੰ ਤਾਂ ਦਾਣੇ ਪਾ ਦਿਓ ਤਾਂ ਅੱਧਾ ਕੁ ਦਾਣਾ ਵਿਚਾਰੀ ਚੁੰਝਾ ਮਾਰ ਕੇ ਖਾ ਲੈ, ਉਹਦੇ ਨਾਲ ਹੀ ਰੱਜ ਜਾਂਦੀ। ਤਾਂ ਫਿਰ ਬਾਦਸ਼ਾਹ ਕਹਿੰਦੇ ਜੇ ਉਹ ਚਿੜੀ ਜਦੋਂ ਬੋਲਦੀ ਹੈ ਉਹ ਐਂ ਲੱਗਦਾ ਜਿਵੇਂ ਰੱਬ ਦਾ ਨਾਮ ਜਪ ਰਹੀ, ਅੱਧਾ ਦਾਣਾ ਖਾ ਕੇ ਵੀ। ਉਹ ਚਿੜੀ ਦਾ ਮੁਕਾਬਲਾ ਹਾਥੀ ਨਹੀਂ ਕਦੇ ਕਰ ਸਕਦਾ। ਕਿਉਂ? ਕਹਿੰਦੇ ਅੱਧਾ ਦਾਣਾ ਅਨਾਜ ਖਾ ਕੇ ਵੀ ਚਿੜੀ ਆਕਾਸ਼ ਵਿੱਚ ਕਿੰਨਾ ਉੱਚਾ ਉੱਡਦੀ ਹੈ ਤੇ ਰੱਬ ਦੇ ਗੀਤ ਗਾਉਂਦੀ, ਕੁਦਰਤ ਤੋਂ ਬਲਿਹਾਰ ਜਾਂਦੀ ਹੈ। ਚਿੜੀਆਂ ਦੀ ਚੀਂ ਚੀਂ ਸਭ ਨੂੰ ਸੋਹਣੀ ਲੱਗਦੀ ਹੈ। ਹਾਥੀ ਦਿਨ ਦਿਹਾੜੇ ਦੁਪਹਿਰ ਤੱਕ ਸੁੱਤਾ ਰਹਿੰਦਾ ਹੈ, ਔਰ ਚਿੜੀਆਂ ਜਿਹੜੀਆਂ ਸੂਰਜ ਉਦੇ ਹੋਣ ਤੋਂ ਪਹਿਲਾਂ ਹੀ ਬੋਲ ਪੈਂਦੀਆਂ ਨੇ। ਇਸ ਲਈ ਚਿੜੀਆਂ ਦਾ ਬੋਲਣਾ ਧਰਮ ਗਿਣਿਆ ਗਿਆ। ਤਾਂ ਹੀ ਮਹਾਰਾਜ ਨੇ ਬਾਣੀ ਅੰਦਰ ਕਿਹਾ, ਚਿੜੀ ਚੌਂਕੀ ਪੌ ਫੁੱਟੀ। ਪੌ ਫਟਾਲਾ ਹੁੰਦਾ, ਸੂਰਜ ਦੀ ਲੋ ਅਜੇ ਸ਼ੁਰੂ ਹੁੰਦੀ ਹੈ, ਸੂਰਜ ਨਿਕਲਦਾ ਨਹੀਂ ਹੈ, ਅਜੇ ਰਵਾਲਾ ਹੁੰਦਾ ਹੈ, ਸੂਰਜ ਦੀ ਲੋ ਲੱਗਦੀ ਹੈ, ਚਿੜੀਆਂ ਬੋਲਣ ਲੱਗ ਪੈਂਦੀਆਂ। ਸਭ ਤੋਂ ਪਹਿਲਾਂ ਪੰਛੀ ਬੋਲਦੇ, ਚਿੜੀਆਂ ਬੋਲਣੀਆਂ ਸ਼ੁਰੂ ਕਰਦੀਆਂ। ਤਾਂ ਬਾਦਸ਼ਾਹ ਨੇ ਕਿਹਾ, ਭਾਈ ਕੁਦਰਤ ਤੋਂ ਕੁਝ ਸਿੱਖ। ਸੂਰਜ ਚੜ੍ਹਨ ਤੋਂ ਪਹਿਲਾਂ ਚਿੜੀਆਂ ਬੋਲ ਰਹੀਆਂ ਨੇ, ਤੈਨੂੰ ਕੁਦਰਤ ਸਿਖਾ ਰਹੀ ਹੈ। ਤੂੰ ਇਸ ਕਰਤੇ ਪੁਰਖ ਦੀ ਸਾਜੀ ਕੁਦਰਤ ਦੇ ਸਭ ਤੋਂ ਅਨਮੋਲ ਹੀਰਾ ਰੱਬ ਨੇ ਜੇ ਪੈਦਾ ਕੀਤਾ, ਉਹ ਮਾਨਸ ਦੇਹ ਦਾ ਬੰਦਾ ਪੈਦਾ ਕੀਤਾ। ਇਹ 84 ਲੱਖ ਜੂਨਾਂ ਤੋਂ ਸ੍ਰੇਸ਼ਟ ਦੇਹੀ ਲੈਣ ਵਾਲਿਆ, ਚਿੜੀਆਂ ਤੋਂ ਕੁਝ ਸਿੱਖ। ਜਦੋਂ ਚਿੜੀਆਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਬੋਲਦੀਆਂ ਨੇ, ਇੱਦਾਂ ਤੂੰ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦਿਆਂ ਸਾਰ ਜਪ ਸਤਨਾਮ ਸ੍ਰੀ ਵਾਹਿਗੁਰੂ, ਤੇਰਾ ਜਨਮ ਸਫਲ ਹੋਏਗਾ। ਕਿਉਂ ਭਾਈ? ਤੂੰ 84 ਲੱਖ ਜੂਨਾਂ ਤੋਂ ਸ੍ਰੇਸ਼ਟ ਹੈ। 84 ਲੱਖ ਜੂਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਤੈਨੂੰ ਵਡਿਆਈ ਦਿੱਤੀ ਹੈ, ਤੇ ਜੇ ਤੂੰ ਨਾਮ ਨਾ ਜਪਿਆ ਫਿਰ ਉਸ ਹਾਥੀ ਦੀ ਤਰ੍ਹਾਂ ਵਿਅਰਥ ਸਭ ਕੁਝ। ਫਿਰ ਬਾਦਸ਼ਾਹ ਨੇ ਬਾਣੀ ਅੰਦਰ ਕਿਹਾ, ਇਸ ਪੌੜੀ ਤੇ ਜੋ ਨਰ ਚੁੱਕੈ। ਜੇ ਤੂੰ ਉੱਕ ਗਿਆ ਤਾਂ ਫਿਰ ਤੂੰ ਨਾ ਜੂਨਾਂ 'ਚ ਪੈਣਾ, ਐਡਾ ਭਾਰੇ ਭਾਰੇ ਹਾਥੀ ਦਾ ਰੂਪ ਧਾਰਨ ਕਰੇ। ਫਿਰ ਤੂੰ ਮਨਾ ਮੂੰਹੀ ਅਨਾਜ ਖਾ ਕੇ ਰੱਜੇਗਾ ਨਹੀਂ। ਕਿਉਂ? ਰੱਬ ਦਾ ਦਿੱਤਾ ਖਾ ਕੇ ਤੂੰ ਨਾਮ ਹੀ ਨਹੀਂ ਜਪਿਆ। ਫਿਰ ਰੱਬ ਅਗਲੇ ਜਨਮ 'ਚ ਕਹਿੰਦਾ, ਖਾ ਹੁਣ ਕਿੰਨਾ ਖਾਣਾ, ਜਾਨਵਰ ਬਣ। ਫਿਰ ਇਹ ਜੂਨਾਂ ਵਿੱਚ ਭਟਕੇਗਾ। ਇਸ ਲਈ ਪਾਤਸ਼ਾਹ ਨੇ ਬਚਨ ਕਹੇ, ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਪਛਤਾਏਂਦਾ। ਮਹਾਰਾਜ ਫਿਰ ਕੀ ਕਰੀਏ? ਕਹਿੰਦੇ ਭਾਈ ਚਿੜੀਆਂ ਤੋਂ ਸਿੱਖ ਲਾ। ਉਹ ਸੂਰਜ ਚੜ੍ਹਨ ਤੱਕ ਆਲਣਿਆਂ ਵਿੱਚ ਸੁੱਤੀਆਂ ਨਹੀਂ ਰਹਿੰਦੀਆਂ। ਸੂਰਜ ਉਦੇ ਹੋਣ ਦੀ ਦੇਰ ਹੈ, ਚਿੜੀਆਂ ਆਲਣਿਆਂ ਤੋਂ ਪੰਛੀ ਬਾਹਰ ਆ ਜਾਂਦੇ ਨੇ। ਉਹ ਮਿੱਠੀ ਆਵਾਜ਼ ਨਾਲ ਕਰਤੇ ਪੁਰਖ ਦੀ ਕੁਦਰਤ ਨੂੰ ਗਾਉਂਦੇ ਨੇ। ਇੱਦਾਂ ਤੂੰ ਕੁਦਰਤ ਵਿੱਚ ਰਹਿਣ ਵਾਲਿਆ, ਤੈਨੂੰ ਰੱਬ ਸੁੱਤਿਆਂ ਵੀ ਆਕਸੀਜਨ ਦਿੰਦਾ ਹੈ। ਜਦੋਂ ਸਵੇਰੇ ਤੇਰੀ ਜਾਗ ਖੁੱਲੇ ਤਾਂ ਤੇਰਾ ਫਸਟ ਵਰਕ ਐਵਰੀ ਡੇ ਇਹ ਹੋਣਾ ਚਾਹੀਦਾ, ਉੱਠਦਿਆਂ ਸਾਰ ਜਪੇ ਰਸਨਾ ਨਾਲ ਵਾਹਿਗੁਰੂ 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 ਵਾਹਿਗੁਰੂ। ਸੂਰਜ ਚੜ੍ਹਨ ਤੋਂ ਪਹਿਲਾਂ ਜਪ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਨੇ ਪਹਿਲਾਂ ਹਾਥੀ ਦੀ ਉਦਾਹਰਨ ਦਿੱਤੀ। ਕਹਿੰਦੇ 100 ਮਣ ਹਸਤੀ ਘਿਓ ਗੁੜ ਖਾਵੇ। ਇੰਨਾ ਕੁਝ ਅਨਾਜ ਖਾ ਕੇ ਉਹ ਫਿਰ ਕੀ ਕਰਦਾ? ਡੱਕੇ ਫੂਕੇ ਖੇ ਉਡਾਵੇ। ਲੰਬੇ ਲੰਬੇ ਸਾਹ ਲੈਂਦਾ, ਮਿੱਟੀ ਉਡਾ ਦਿੰਦਾ ਜਿੱਥੇ ਪਿਆ ਹੋਵੇ। ਸਾਹ ਗਏ ਪਛਤਾਵੇ, ਵਿਅਰਥ ਗਏ ਉਹਦੇ ਸਵਾਸ। ਤੇ ਦੂਜੇ ਪਾਸੇ ਅੱਧ ਗੁੱਲ੍ਹਾ ਚੱਕ ਚਿੜੀ ਕਾ ਚੁਗਣ। ਅੱਧ ਗੁੱਲਾ ਕਹਿੰਦੇ ਅੱਧਾ ਕਦਾਣਾ। ਕਹਿੰਦੇ ਅੱਧਾ ਕਦਾਣਾ ਖਾਂਦੀ ਹੈ ਚਿੜੀ। ਅੱਧ ਗੁੱਲ੍ਹਾ ਚਿੜੀ ਕਾ ਚੁਗਣ, ਗੈਣ ਚੜੀ ਬਿਲ ਲਾਏ। ਆਕਾਸ਼ ਵਿੱਚ ਉੱਡਦੀ ਅੱਧਾ ਦਾਣਾ ਖਾ ਕੇ, ਕਿੰਨਾ ਮਿੱਠਾ ਬੋਲਦੀ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਚਿੜੀਆਂ ਪੰਛੀ ਬੋਲਣ ਲੱਗ ਪੈਂਦੇ ਨੇ, ਅੱਧਾ ਅੱਧਾ ਦਾਣਾ ਖਾ ਕੇ ਰੱਜ ਜਾਂਦੇ ਨੇ। ਭਾਈ ਉਹਨਾਂ ਦੇ ਬੋਲਣ ਕਰਕੇ ਫਿਰ ਮਹਾਰਾਜ ਨੇ ਕਿਹਾ, ਖਸਮੈ ਭਾਵੇ ਊਹਾਂ ਚੰਗੀ। ਉਹ ਚਿੜੀ ਹਾਥੀ ਨਾਲੋਂ ਚੰਗੀ ਹੈ। ਖਸਮੈ ਭਾਵੇ ਊਹਾਂ ਚੰਗੀ, ਜੇ ਕਰੇ ਖੁਦਾਏ ਖੁਦਾਏ। ਉਹਦੀ ਚੀਂ ਚੀਂ ਐਂ ਲੱਗਦੀ ਹੈ ਜਿਵੇਂ ਖੁਦਾ ਨੂੰ ਜਪ ਰਹੀ ਹੋਵੇ। ਹਾਥੀ ਨਾਲੋਂ ਤਾਂ ਕਿਤੇ ਚੰਗੀ ਉਹ ਚਿੜੀ ਹੈ ਜਿਹਨੂੰ ਨਾਮ ਚੇਤੇ ਆ ਰਿਹਾ, ਸਤਨਾਮ ਸ੍ਰੀ ਵਾਹਿਗੁਰੂ। ਤੂੰ ਭਾਈ 84 ਲੱਖ ਜੂਨਾਂ ਦਾ ਸ੍ਰੇਸ਼ਟ ਮਾਨਸ ਦੇਹੀ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ। ਫਿਰ ਇਸ ਕੁਦਰਤ ਦੇ ਅੰਦਰ
ਇਹ ਤੇਰੇ ਦਿੱਤੇ ਹੋਏ ਸਵਾਸ ਰੱਬ ਦੇ ਸਫਲ ਹੋ ਜਾਣਗੇ। ਫਿਰ ਤੂੰ ਮਨਮੁਖ ਨਹੀਂ ਰਹੇਗਾ। ਫਿਰ ਤੇਰੇ ਵਾਸਤੇ ਇਹ ਜੀਵਨ ਹਰ ਰੋਜ਼ ਨਵੀਨ, ਨਵਾਂ ਜੀਵਨ, ਸਭ ਕੁਝ ਨਵਾਂ, ਸਭ ਕੁਝ ਨਵਾਂ। ਸਾਧ ਸੰਗਤ, ਪੁਰਾਣੀ ਚੀਜ਼ ਮਨੁੱਖ ਨੂੰ ਸਕੂਨ ਨਹੀਂ ਦਿੰਦੀ, ਸੁੱਖ ਨਹੀਂ ਦਿੰਦੀ। ਇਸੇ ਲਈ ਲੋਕਾਂ ਦੀਆਂ ਕਈ ਵਾਰ ਆਪਣੇ ਘਰ ਦੇ ਰੰਗ ਰੋਗਨ ਤੋਂ ਨਜ਼ਰਾਂ ਅੱਕ ਜਾਂਦੀਆਂ ਨੇ। ਉਹ ਕਹਿੰਦੇ ਨੇ ਆਹ ਚੀਜ਼ ਬਦਲੋ, ਹੁਣ ਆਹ ਕੁਝ ਬਦਲੋ, ਘਰ ਦੇ ਪਰਦੇ ਕਾਟਨ ਬਦਲ ਦਿਓ। ਉਹ ਸੁਖੀ ਹੋਣਾ ਚਾਹੁੰਦਾ। ਜਦੋਂ ਕੋਈ ਨਵੀਂ ਚੀਜ਼ ਉਹਦੇ ਕੋਲ ਆਉਂਦੀ ਹੈ, ਕੱਪੜੇ ਨਵੇਂ ਪਹਿਨਦਾ, ਉਦੋਂ ਤੁਹਾਨੂੰ ਸਕੂਨ ਜਿਹਾ ਮਹਿਸੂਸ ਹੁੰਦਾ। ਕੁਝ ਪਲਾਂ ਵਾਸਤੇ ਕੋਈ ਚੀਜ਼ ਨਵੀਂ ਖਰੀਦੋ, ਤੁਹਾਨੂੰ ਸੁੱਖ ਮਹਿਸੂਸ ਹੁੰਦਾ। ਘਰ ਨਵਾਂ ਖਰੀਦਿਆ ਹੋਵੇ, ਮਨ ਨੂੰ ਸਕੂਨ ਆਉਂਦਾ ਹੈ। ਗੱਡੀ ਨਵੀਂ ਖਰੀਦੀ ਹੋਵੇ, ਸਕੂਨ ਆਉਂਦਾ। ਸੂਟ ਨਵਾਂ ਸਵਾਇਆ ਹੋਵੇ, ਥੋੜ੍ਹੀ ਦੇਰ ਸਕੂਨ ਰਹਿੰਦਾ ਮਨ ਦੇ ਅੰਦਰ, ਜਦੋਂ ਤੱਕ ਦੂਜੇ 10-20 ਜਣੇ ਵੇਖ ਨਾ ਲੈਣ। ਪਰ ਇਹ ਸੱਚਾਈ ਹੈ, ਉਹ ਪਦਾਰਥਾਂ ਵਿੱਚੋਂ ਜਿਹੜਾ ਸਕੂਨ ਹੈ ਸਾਧ ਸੰਗਤ, ਥੋੜ੍ਹੇ ਸਮੇਂ ਬਾਅਦ ਅਲੋਪ ਹੋ ਜਾਂਦਾ। ਤੁਹਾਡਾ ਤਜਰਬਾ ਰਹਿਣਾ। ਮੈਂ ਇਹ ਕਈ ਵਾਰ ਕਥਾ ਦਰਬਾਰ ਸਾਹਿਬ ਤੋਂ ਵੀ ਰੱਖੀ। ਛਕਣ ਵਾਸਤੇ ਭੋਜਨ ਪ੍ਰਸ਼ਾਦਾ ਥਾਲ ਵਿੱਚ ਪਰੋਸ ਲਓ। ਜਦੋਂ ਤੁਸੀਂ ਖਾਂਦੇ ਹੋ, ਇੱਕ ਬੁਰਕੀ ਗਰਾਹੀ ਤੋੜ ਕੇ ਖਾਧੀ, ਬੰਦਾ ਕਹਿੰਦਾ ਵੀ ਦਾਲ ਬਹੁਤ ਸਵਾਦ ਹੈ। ਇੱਕ ਚਮਚਾ ਖੀਰ ਦਾ ਪਹਿਲਾਂ ਖਾਧਾ, ਵੀ ਖੀਰ ਬਹੁਤ ਸਵਾਦ ਬਣੀ ਹੈ, ਸਬਜ਼ੀ ਬਹੁਤ ਟੇਸਟੀ ਹੈ। ਪਰ ਇਹ ਸਿਰਫ 1-2 ਬੁਰਕੀਆਂ ਗਰਾਹੀਆਂ ਨਾਲ ਤੁਹਾਨੂੰ ਸਵਾਦ ਲੱਗਦਾ ਰਸਨਾ ਦਾ। ਉਸ ਤੋਂ ਬਾਅਦ ਬਾਕੀ ਪ੍ਰਸ਼ਾਦੇ ਜਿਹੜੇ 2-4 ਛਕੇ, ਉਹ ਤਾਂ ਪੇਟ ਭਰਨ ਲਈ ਖਾਧੇ, ਫਿਰ ਨਹੀਂ ਉਹ 'ਚ ਸਵਾਦ ਸੀ। ਪਹਿਲੀਆਂ 2 ਗਰਾਹੀਆਂ, 2-4 ਚਮਚਿਆਂ ਵਿੱਚ ਰਸਨਾ ਜ਼ੁਬਾਨ ਕਹਿੰਦੀ ਹੈ ਸਵਾਦ ਹੈ, ਫਿਰ ਤਾਂ ਪੇਟ ਭਰਨ ਤੱਕ ਖਾਂਦੇ ਹੋ, ਬਸ ਉਹ ਸਵਾਦ ਅਲੋਪ ਹੋ ਜਾਂਦਾ ਹੈ। ਜਦੋਂ ਘਰ ਨਵਾਂ ਖਰੀਦਿਆ, ਮਨ ਨੂੰ ਸਕੂਨ ਮਿਲਦਾ ਹੈ, ਫਿਰ ਉਸ ਤਰ੍ਹਾਂ ਦੇ ਹੋ ਜਾਂਦੇ ਹੋ ਜਿਵੇਂ ਪੁਰਾਣੇ ਘਰ ਵਿੱਚ ਸੀ। ਜਿੱਦਣ ਸੂਟ ਨਵਾਂ ਸਵਾਇਆ, ਉਹ 19 ਦੇਰ ਮਨ ਨੂੰ ਸਕੂਨ ਹੈ। ਜਦੋਂ ਇੱਕ ਵਿਆਹ ਉਹਦੇ ਨਾਲ ਖਾ ਲਿਆ, 10-20 ਨੇ ਵੇਖ ਲਿਆ, ਫਿਰ ਉਦਾਂ ਦਾ ਹੋ ਗਿਆ ਜਿਹੜੇ ਬਾਕੀ ਕਬੜ ਵਿੱਚ ਟੰਗੇ ਹੋਏ ਨੇ। ਔਰ ਕਈ ਵਾਰ ਤਾਂ ਇਸ ਗੱਲੋਂ ਲੋਕਾਂ ਨੂੰ ਇਤਰਾਜ਼ ਰਹਿੰਦਾ ਹੈ, ਉਹ ਕਿਸੇ ਵਿਆਹ ਸ਼ਾਦੀ ਤੇ ਜਾਣਾ ਹੋਵੇ, ਪਹਿਲਾਂ ਕਲੇਸ਼ ਹੁੰਦਾ, ਮੇਰੇ ਕੋਲ ਤਾਂ ਸੂਟ ਹੀ ਨਹੀਂ ਕੋਈ ਪਾਉਣ ਨੂੰ, ਹੁਣ 20 ਟੰਗੇ ਹੁੰਦੇ ਨੇ। ਪੁੱਛੋ ਭਾਈ ਆ ਜਿਹੜੇ ਪਹਿਲਾਂ ਟੰਗੇ ਹੋਏ ਆ ਅਲਮਾਰੀ ਵਿੱਚ, ਕਹਿੰਦੇ ਇਹ ਤਾਂ ਮੈਂ ਉਦੋਂ ਪਾਇਆ ਸੀ ਵਿਆਹ ਤੇ, ਇਹ ਤਾਂ ਉਦੋਂ ਉਹਨਾਂ ਵੇਖ ਲਿਆ। ਇਹਦਾ ਮਤਲਬ ਜਦੋਂ ਉਹ 2-4 ਵਾਰ ਪਹਿਨ ਲਿਆ, ਕਿਸੇ ਨੇ ਵੇਖ ਲਿਆ, ਉਹਦੇ ਵਿੱਚੋਂ ਸਕੂਨ ਮੁੱਕ ਗਿਆ। ਪਾਤਸ਼ਾਹ ਨੇ ਕਿਹਾ, ਜੇ ਤੂੰ ਚਾਹੁੰਦੇ ਤੇਰੇ ਜੀਵਨ ਵਿੱਚ ਸਕੂਨ, ਆਨੰਦ, ਸੁੱਖ ਸਦਾ ਨਵਾਂ ਰਵੇ, ਇੱਕੋ ਹੀ ਚੀਜ਼ ਸਦਾ ਨਵੀਨ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਤੂੰ ਰੋਜ਼ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਤੂੰ ਸਦਾ ਹੀ ਸੁਖੀ ਰਹੇਗਾ। ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਉਹ ਸਦਾ ਦਾਤਾਂ ਦੇਣ ਵਾਲਾ ਹੈ, ਸਦਾ ਨਵਾਂ ਹੈ, ਤੈਨੂੰ ਵੀ ਨਵੀਨ ਰੱਖੇਗਾ, ਸੁਖੀ ਰੱਖੇਗਾ। ਇਸ ਲਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਸਤਨਾਮ ਸ੍ਰੀ ਵਾਹਿਗੁਰੂ, ਤੇਰਾ ਮਨ ਸੁਖੀ ਹੋ ਜਾਏਗਾ। ਇੱਕ ਆਪਣੀ ਸੁਰਤ ਟਿਕਾ ਕੇ ਇੱਕ ਵਾਰ ਸਤਿਗੁਰੂ ਜੀ ਦੇ ਨਾਮ ਵਿੱਚ ਸੁਰਤ ਜੋੜੋ, ਮੰਗ ਕਰੋ ਗੁਰੂ ਦੇ ਕੋਲੋਂ। ਕਿਉਂਕਿ ਸਾਧ ਸੰਗਤ ਨਾਮ ਮੰਗਣਾ ਪੈਂਦਾ, ਆਪਣੇ ਆਪ ਨਹੀਂ ਤੁਸੀਂ ਜਪ ਸਕਦੇ। ਇਹ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ। ਸਾਰੇ ਦਿਨ ਦਾ ਸਵੇਰ ਤੋਂ ਹੁਣ ਤੱਕ ਹੀ ਵਿਚਾਰ ਕਰਕੇ ਵੇਖ ਲਿਓ, ਕਿੰਨੀਆਂ ਗੱਲਾਂ ਕੀਤੀਆਂ ਤੁਸੀਂ ਘਰ ਵਿੱਚ, ਘਰ ਦੀਆਂ, ਬਾਹਰ ਦੀਆਂ, ਬੱਚਿਆਂ ਨੂੰ ਆਵਾਜ਼ਾਂ ਮਾਰੀਆਂ, ਆਹ ਕੰਮ ਕਰ ਲਓ, ਉਹ ਕੰਮ ਕਰ ਲਓ, ਸਵੇਰ ਤੋਂ ਲੈ ਕੇ ਬੋਲੀ ਗਏ, ਬੋਲੀ ਗਏ। ਹੁਣ ਯਾਦ ਕਰੋ, 10 ਘੰਟਿਆਂ ਵਿੱਚ, 12 ਘੰਟਿਆਂ 'ਚ ਕਿੰਨੀ ਵਾਰ ਤੁਸੀਂ ਵਾਹਿਗੁਰੂ ਕਿਹਾ। ਕੋਈ ਭਾਗਾਂ ਵਾਲਾ ਹੋਣਾ ਜਿਹਨੇ 5-10 ਵਾਰ, 20 ਵਾਰ ਕਿਹਾ, ਨਹੀਂ ਤਾਂ ਸਾਰਾ ਦਿਨ ਵਾਹਿਗੁਰੂ ਕਹੇ ਨਹੀਂ ਹੋਇਆ। ਹੋਰੇ ਗੱਲਾਂ ਸੰਸਾਰ ਦੀਆਂ ਮੁੱਕੀਆਂ ਨਹੀਂ, ਵਾਹਿਗੁਰੂ ਉਹੀਓ ਰਸਨਾ ਜਪਦੀ ਹੈ ਜੇ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਹੋ ਜਾਏ। ਇਸ ਲਈ ਨਾਮ ਮੰਗਣਾ ਪੈਂਦਾ, ਬਾਕੀ ਗੱਲਾਂ ਮੰਗਣ ਦੀ ਲੋੜ ਨਹੀਂ ਹੈ, ਉਹ ਤਾਂ ਉਹੀ ਚੱਲੀ ਜਾਂਦੀਆਂ ਸੰਸਾਰ ਵਿੱਚ। ਪਾਤਸ਼ਾਹ ਨੇ ਕਿਹਾ, ਨਾਮ ਗੁਰੂ ਕੋਲੋਂ ਮੰਗ, ਹੱਥ ਜੋੜ ਕੇ ਰੋਜ਼ ਕਿਹਾ ਕਰ ਗੁਰੂ ਨੂੰ, ਫਿਰਤ ਫਿਰਤ ਪ੍ਰਭ ਆਇਆ। ਪੜੋ, ਫਿਰਤ ਫਿਰਤ ਪ੍ਰਭ ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਕਿਉਂਕਿ ਅੱਜ ਜਿਹੜਾ ਚੇਤ ਦਾ ਮਹੀਨਾ ਆਰੰਭ ਹੋਇਆ, ਇਹਦੇ ਵਿੱਚ ਵੀ ਪਹਿਲਾ ਸ਼ਬਦ ਪਾਤਸ਼ਾਹ ਨੇ ਕਿਹਾ, ਤੂੰ ਕਰਮਾਂ ਕਰਕੇ ਵਿਛੜ ਗਿਆ ਰੱਬ ਤੋਂ, ਹੁਣ ਤੂੰ ਕਰਮ ਕਰੀ ਚੱਲ, ਮਿਲੇਗਾ ਨਹੀਂ।
ਮਹਾਰਾਜ ਕਿਉਂ? ਕਹਿਣ ਲੱਗੇ ਮਿਲਾਪ ਤਾਂ ਕਿਰਪਾ ਨਾਲ ਹੈ। ਉਹਦੇ ਅੱਗੇ ਅਰਦਾਸ ਕਰ, ਤੇਰਾ ਮਨ ਗੁਰੂ ਦੇ ਸ਼ਬਦ ਨਾਲ ਜੁੜ ਜਾਏ, ਤੈਨੂੰ ਮੱਤ ਗੁਰੂ ਦੀ ਮਿਲ ਜਾਏ। ਅਰਦਾਸ ਕਰਕੇ ਕਹਿ ਪਾਤਸ਼ਾਹ ਕਿਰਪਾ ਕਰਕੇ ਮੇਲ ਲਓ, ਕਿਉਂਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਸ ਲਈ ਅਰਦਾਸ ਕਰ, ਇੱਕ ਵਾਰ ਚਿੱਤ ਜੋੜ ਕੇ ਕਹੋ, ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ ਨਾਨਕ ਫਿਰਤ ਫਿਰਤ ਪ੍ਰਭ ਆਇਆ। ਫਿਰਤ ਫਿਰਤ ਪ੍ਰਭ ਆਇਆ। ਫਿਰਤ ਫਿਰਤ ਪ੍ਰਭ ਫਿਰਤ ਫਿਰਤ ਪ੍ਰਭ ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਨਾਨਕ ਕੀ ਗੱਜ ਕੇ ਆਪਣੀ ਭਗਤੀ ਲਾਏ ਨਾਨਕ। ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਹੇ ਵਾਹਿਗੁਰੂ ਕਿਰਪਾ ਕਰਕੇ ਮਿਲੋ, ਸਾਡਾ ਮਨ ਜਪਣ ਲੱਗ ਜਾਏ ਸਤਨਾਮ ਸ੍ਰੀ ਵਾਹਿਗੁਰੂ, ਉਹਦੀ ਨਜ਼ਰ ਹੋ ਜਾਏ ਤਾਂ ਫਿਰ ਸਾਧ ਸੰਗਤ ਸ਼ਬਦ ਵਿੱਚੋਂ ਰਸ ਆਉਂਦਾ। ਨਹੀਂ ਤਾਂ ਮਾਫ ਕਰਿਓ, ਭਾਵੇਂ ਗੁਰਦੁਆਰੇ ਦੇ ਨਾਲ ਰਹਿਸ਼ੀ ਕੰਧ ਸਾਂਝੀ ਹੋਵੇ, ਉੱਠ ਕੇ ਤੁਸੀਂ ਮੱਥਾ ਨਹੀਂ ਟੇਕ ਸਕਦੇ। ਕਈਆਂ ਦਾ ਘਰ ਗੁਰਦੁਆਰੇ ਦੇ ਨਾਲ ਹੀ ਹੈ, ਉਹਨਾਂ ਨੂੰ ਪੁੱਛ ਕੇ ਵੇਖੋ, ਕਈ ਕਈ ਦਿਨ ਲੰਘ ਜਾਂਦੇ ਨੇ, ਅੰਦਰ ਮੱਥਾ ਟੇਕਣ ਦਾ ਹੁਕਮ ਨਹੀਂ ਹੈ। ਕਈਆਂ ਦੇ ਭਾਗ ਇੱਥੋਂ ਤੱਕ ਭਾਗ ਲੜੀ ਕਮਜ਼ੋਰ ਹੋ ਜਾਂਦੀ, ਉਹ ਗੁਰਦੁਆਰੇ ਵਾਲਿਆਂ ਨੂੰ ਕਹਿੰਦੇ ਜੀ ਸਪੀਕਰ ਪਰ ਇਹਨੂੰ ਕਰ ਲਓ, ਸਾਨੂੰ ਆਵਾਜ਼ ਆਉਂਦੀ। ਸਵੇਰੇ ਭਾਈ ਸਾਹਿਬ ਲੱਗ ਜਾਂਦੇ ਨੇ, ਬਹਾਨਾ ਬੱਚਿਆਂ ਦਾ ਬਣਾਉਣਗੇ ਵੀ ਸਾਡੇ ਬੱਚੇ ਪੜ੍ਹਦੇ ਆ ਜੀ। ਮਾਫ ਕਰਿਓ, ਜਿਹਨੂੰ ਬਾਣੀ ਸੁਣਨ ਦੇ ਨਾਲ ਪੜ੍ਹਾਈ ਵਿੱਚ ਡਿਸਟਰਬੈਂਸ ਹੁੰਦੀ ਹੈ, ਉਹ ਹੋਰ ਕਿਸੇ ਤਰੀਕੇ ਨਾਲ ਕਿਵੇਂ ਪੜ੍ਹ ਸਕਦਾ ਹੈ? ਅਸੀਂ ਬਾਣੀ ਦਾ ਬਹਾਨਾ ਬਣਾਉਨੇ ਜੀ, ਸਪੀਕਰ ਸਵੇਰੇ ਇੱਧਰ ਨੂੰ ਲੱਗਿਆ ਹੋਇਆ, ਵਿਆਹ ਸ਼ਾਦੀ ਹੋਵੇ ਡੀਜੇ 12 ਵਜੇ ਤੱਕ ਵੱਜਦਾ, ਉਹ ਕਹਿ ਕੇ ਬੰਦ ਕਰਾਉਣਾ ਪੈਂਦਾ, ਜਾਂ ਫਿਰ ਕਿਸੇ ਦੀ ਲੜਾਈ ਹੋਵੇ ਤਾਂ ਬੰਦ ਹੁੰਦਾ। ਜਿਹਨੂੰ ਗੁਰੂ ਦੀ ਬਾਣੀ ਦੇ ਨਾਲ ਸਾਧ ਸੰਗਤ ਮੁਸ਼ਕਲ ਆਉਂਦੀ ਹੈ, ਉਹ ਬੰਦਾ ਕਿਵੇਂ ਸੁਖੀ ਹੋ ਸਕਦਾ? ਜਿਸ ਬਾਣੀ ਨੂੰ ਉਹ ਕਹਿੰਦੇ ਵਿਆਹ ਕੰਨਾਂ ਵਿੱਚ ਪੈਂਦੀ ਜੀ ਸਾਨੂੰ ਔਖਿਆਈ ਹੁੰਦੀ ਹੈ, ਪਾਤਸ਼ਾਹ ਨੇ ਤਾਂ ਕਿਹਾ ਭਾਈ ਬਾਣੀ ਸੁਣਨ ਨਾਲ ਦੁੱਖ ਰੋਗ ਸੰਤਾਪ ਉਤਰਦੇ ਨੇ, ਫਿਰ ਤਾਂ ਤੇਰੇ ਭਾਗ ਮਾੜੇ ਜੇ ਬਾਣੀ ਸੁਣਨ ਨਾਲ ਮੁਸ਼ਕਲ ਆਉਂਦੀ ਹੈ। ਇਸ ਗੁਰੂ ਤੋਂ ਤਾਂ ਆਵਾਜ਼ ਤੁਹਾਨੂੰ ਰੋਜ਼ ਸੁਣਾਈ ਦੇਗੀ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਪੜੋ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ। ਭਾਈ ਬਾਣੀ ਸੁਣਨ ਨਾਲ ਤਾਂ ਸੰਤਾਪ ਦੂਰ ਹੁੰਦੇ ਨੇ, ਬਾਣੀ ਸੁਣਨ ਨਾਲ ਤਾਂ ਕਲ ਕਲੇਸ਼ ਮਿਟਦੇ ਨੇ, ਬਾਣੀ ਸੁਣਨ ਦੇ ਨਾਲ ਤਾਂ ਮਨ ਦੇ ਵਿਕਾਰ ਰੁਕਦੇ ਨੇ। ਜੇ ਆਪਾਂ ਕਹੀਏ ਸਾਡੇ ਘਰ ਆਵਾਜ਼ ਜ਼ਿਆਦਾ ਸੁਣਦੀ ਹੈ, ਸਪੀਕਰ ਉੱਧਰ ਘੁਮਾ ਲਓ, ਫਿਰ ਤਾਂ ਭਾਗ ਹੀ ਮਾੜੇ ਨੇ। ਤਾਈਓ ਪਾਤਸ਼ਾਹ ਨੇ ਕਿਹਾ ਭਾਈ ਜਿਨ੍ਹਾਂ ਦੇ ਭਾਗ ਲੜੀ ਕਮਜ਼ੋਰ, ਜਿਨ੍ਹਾਂ ਦੇ ਭਾਗ ਮਾੜੇ, ਉਹ ਗੁਰੂ ਕੋਲ ਬਹਿ ਨਹੀਂ ਸਕਦੇ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿਨ ਸਤਿਗੁਰ ਪਾਸ। ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਓਏ ਬਲਸ਼ਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਨ੍ਹਾਂ ਦੇ ਭਾਗ ਚੰਗੇ ਗੁਰਸਿੱਖਾਂ ਦੇ, ਉਹੀ ਗੁਰੂ ਵੱਲ ਆਉਂਦੇ। ਪਾਤਸ਼ਾਹ ਨੇ ਕਿਹਾ ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ,
ਭਾਈ ਤੇਰੇ ਜੀਵਨ ਦੇ ਅੰਦਰ ਸੁੱਖ ਆਨੰਦ ਬਣ ਸਕਦਾ ਹੈ, ਤੂੰ ਉਹਦੇ ਵਾਸਤੇ ਕੀ ਕਰ। ਪਹਿਲਾਂ ਤਾਂ ਉਦਾਹਰਨ ਦਿੱਤੀ, ਜੇ ਤੂੰ ਨਾਮ ਨਾ ਜਪਿਆ ਫਿਰ ਤੇਰੀ ਹਾਲਤ ਐ ਹੋ ਸਕਦੀ ਹੈ ਜਿਵੇਂ ਦੁੱਧ ਤੋਂ ਬਗੈਰ ਗਾਂ ਹੈ, ਉਹਨੂੰ ਲੋਕ ਛੱਡ ਦਿੰਦੇ ਨੇ ਵਾਰਾ, ਕੌਣ ਉਹਨੂੰ ਪਾਣੀ ਪੱਠੇ ਪਾਉਂਦਾ ਹੈ। ਜਿਵੇਂ ਪਾਣੀ ਤੋਂ ਬਗੈਰ ਫਸਲ ਸੁੱਕ ਜਾਂਦੀ ਹੈ। ਵੀ ਜਿੰਨਾ ਮਰਜ਼ੀ ਤੁਸੀਂ ਮਹਿੰਗਾ ਲਿਆ ਕੇ ਯੂਨੀਵਰਸਿਟੀ ਤੋਂ ਬੀਜ ਦਿਓ, ਜ਼ਮੀਨ ਜਿੰਨੀ ਮਰਜ਼ੀ ਉਪਜਾਊ ਹੋਵੇ, ਪਾਣੀ ਤੋਂ ਬਗੈਰ ਫਸਲ ਮਰ ਜਾਂਦੀ ਹੈ। ਇੱਦਾਂ ਯਾਦ ਰੱਖਿਓ, ਬਾਣੀ ਤੋਂ ਬਗੈਰ ਸਿੱਖੋ ਘਰਾਂ ਵਿੱਚੋਂ ਸਿੱਖੀ ਸੁੱਕ ਜਾਂਦੀ ਹੈ। ਜੇ ਚਾਹੁੰਦੇ ਹੋ ਘਰ ਵਿੱਚ ਸਿੱਖੀ ਰਵੇ, ਫਿਰ ਤੁਹਾਨੂੰ ਬਾਣੀ ਪੜ੍ਹਨੀ ਪਏਗੀ। ਬਾਣੀ ਤੋਂ ਬਗੈਰ ਸਿੱਖੀ ਦੀ ਫਸਲ ਨਹੀਂ ਘਰ ਵਿੱਚ ਹੋਣ ਵਾਲੀ, ਇਹ ਸਿੱਖੀ ਸੁੱਕ ਜਾਏਗੀ। ਇਸ ਲਈ ਪਾਤਸ਼ਾਹ ਨੇ ਬਚਨ ਕਹੇ, ਸਭ ਤੋਂ ਪਹਿਲਾਂ ਅਰਦਾਸ ਕਰ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ, ਤੇਰਾ ਮਨ ਸ਼ਬਦ ਨਾਲ ਮਿਲੇ। ਅਰਦਾਸ ਕਰ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੇ ਦਿਸ ਭ੍ਰਮੇ ਥਕ ਆਏ, ਪ੍ਰਭ ਕੀ ਸ਼ਾਮ। ਧੇਨ ਦੁਧੈ ਤੇ ਬਾਹਰੀ, ਧੇਨ ਕਹਿੰਦੇ ਗਾਂ ਨੂੰ, ਧੇਨ ਦੁਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਜਲ ਬਿਨ ਸਾਖ ਕੋ ਮਿਲਾਵਟੀ, ਉਪਜੈ ਨਾਹੀ ਧਾਮ। ਮਹਾਰਾਜ ਫਿਰ ਅਸੀਂ ਸੁਖੀ ਹੋਣਾ ਚਾਹੁੰਦੇ, ਹਰ ਬੰਦਾ ਚਾਹੁੰਦਾ ਮੇਰੇ ਜੀਵਨ ਵਿੱਚ ਆਨੰਦ ਆਵੇ। ਫਿਰ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਆਨੰਦ ਵਾਸਤੇ ਤਾਂ ਤੈਨੂੰ ਰੱਬ ਨੂੰ ਚੇਤੇ ਕਰਨਾ ਪੈਣਾ, ਉਸ ਪਰਮਾਤਮਾ ਨੂੰ ਜਿਹਨੇ ਤੈਨੂੰ ਮਾਤਾ ਦੇ ਗਰਭ ਦੇ ਅੰਦਰ ਵੀ ਸਲਾਮਤ ਰੱਖਿਆ, ਉਹਨੂੰ ਚੇਤੇ ਕਰ। ਲੋਕ ਮਨ ਦਾ ਇੰਜੋਏ ਕਰਨ ਵਾਸਤੇ ਨਾ, ਵੀ ਜੀਵਨ ਵਿੱਚ ਆਨੰਦ ਹੋਵੇ, ਹਿਲ ਸਟੇਸ਼ਨਾਂ ਤੇ ਜਾਂਦੇ ਨੇ, ਹਰਿਆਵਲ ਵਾਲੀ ਜਗ੍ਹਾ ਤੇ ਜਾਣਗੇ, ਹਜ਼ਾਰਾਂ ਰੁਪਈਆ ਖਰਚਣਗੇ। 2 ਸਾਲ ਪਹਿਲਾਂ ਇੱਕ ਖਬਰ ਅਖਬਾਰ ਵਿੱਚ ਵੀ ਛਵੀ, ਟੈਲੀਵਿਜ਼ਨ ਵਿੱਚ ਵੀ ਚੱਲੀ। ਨਵਾਂ ਵਿਆਹਿਆ ਜੋੜਾ, ਉਹ ਸਾਧ ਸੰਗਤ ਘੁੰਮਣ ਫਿਰਨ ਵਾਸਤੇ ਮਨਾਲੀ ਉੱਪਰ ਕੁਫਰੀ ਚਲੇ ਗਏ, ਜਿੱਥੇ ਕਿਤੇ ਸਨੋ ਪੈਂਦੀ ਹੈ, ਉਹ ਜਗ੍ਹਾ ਤੇ ਚਲੇ ਗਏ। ਹਜ਼ਾਰਾਂ ਰੁਪਈਆ ਮਹਿੰਗਾ ਉੱਥੇ ਕਿਰਾਏ ਤੇ ਰੂਮ ਮਿਲਦਾ, ਹੋਟਲ ਮਿਲਦਾ। ਤਾਂ ਘਰ ਵਾਲੇ ਬੜੇ ਅਮੀਰ ਸੀ, ਉਹਨਾਂ ਕਿਹਾ ਵੀ ਘੁੰਮ ਫਿਰ ਕੇ ਆਓ, ਇੰਜੋਏ ਕਰੋ। ਉਹ ਘੁੰਮਣ ਫਿਰਨ ਚਲੇ ਗਏ। ਕਾਹਦੇ ਵਾਸਤੇ ਜੀ? ਮਨ ਆਨੰਦਿਤ ਰਵੇ, ਮਨ ਕਿਸੇ ਤਰ੍ਹਾਂ ਪ੍ਰਸੰਨ ਰਵੇ, ਮਨ ਦੇ ਅੰਦਰ ਆਨੰਦ ਖੁਸ਼ੀ ਖੇੜਾ ਰਵੇ, ਮਨ ਖੜਾਓ ਵਿੱਚ ਚਲਾ ਜਾਏ। ਪਰ ਤੁਸੀਂ ਹੈਰਾਨ ਹੋਵੋਗੇ, ਉਹ ਜਗ੍ਹਾ ਤੇ ਉੱਥੇ ਜਾ ਕੇ ਵੀ ਨਾ, ਜਿੱਥੇ ਕੁਫਰੀ ਸਨੋ ਪੈਂਦੀ ਹੈ, ਹਜ਼ਾਰਾਂ ਰੁਪਈਆ ਖਰਚ ਕੇ ਉੱਥੇ ਪਹੁੰਚ ਗਏ, ਉੱਥੇ ਜਾ ਕੇ ਵੀ ਕੱਲ ਕਲੇਸ਼ ਨੇ ਖਹਿੜਾ ਛੱਡਿਆ ਨਹੀਂ। ਉੱਥੇ ਜਾ ਕੇ ਉਹ ਲੜਕੇ ਨੇ ਸੁਸਾਈਡ ਕਰ ਲਈ, ਆਤਮ ਹੱਤਿਆ ਕਰ ਲਈ। ਉਹਨਾਂ ਨੇ ਬਾਅਦ ਵਿੱਚ ਉਹ ਲੜਕੀ ਵਾਲੇ ਫਸਾਏ। ਕਹਿਣ ਤੋਂ ਭਾਵ ਇਹ ਹੈ, ਮਨ ਦੇ ਆਨੰਦ ਦਾ ਸੰਬੰਧ ਬਾਹਰਲੇ ਪਦਾਰਥਾਂ ਨਾਲ ਨਹੀਂ। ਜਿਹਨੂੰ ਅਕਾਲ ਪੁਰਖ ਨੇ ਨਜ਼ਰ ਕੀਤੀ, ਤੁਹਾਨੂੰ ਘਰ ਦੇ ਕੱਚੇ ਕੋਠਿਆਂ ਵਿੱਚ ਵੀ ਆਨੰਦ ਹੈ, ਇਸ ਘਰ ਵਿੱਚ ਵੀ ਆਨੰਦ ਹੈ, ਜੇ ਚਿੱਤੇ ਆਉਂਦਾ ਸਤਨਾਮ ਸ੍ਰੀ ਵਾਹਿਗੁਰੂ। ਜਿਸ ਘਰ ਵਿੱਚ ਸਤ ਸੰਤੋਖ ਨਾਮ ਬਾਣੀ ਦਾ ਅਭਿਆਸ ਹੈ, ਉੱਥੇ ਸਦਾ ਹੀ ਆਨੰਦ ਹੈ। ਕਿਉਂਕਿ ਆਨੰਦ ਦਾ ਰਾਹ ਗੁਰੂ ਕੋਲੋਂ ਪੁੱਛੋ ਨਾ ਕੀ ਹੈ। ਪਾਤਸ਼ਾਹ ਨੇ ਕਿਹਾ, ਭਾਈ ਆਨੰਦ ਹੈ ਚੇਤ ਗੋਬਿੰਦ ਰਾਧੀਐ, ਪੜੋ ਹੋਵੇ ਆਨੰਦ ਘਣਾ। ਤੈਨੂੰ ਘਣਾ ਆਨੰਦ ਆ ਸਕਦਾ, ਪਰ ਸਤਿਗੁਰੂ ਤੋਂ ਬਗੈਰ ਨਹੀਂ। ਕਿਉਂਕਿ ਆਨੰਦ ਭਇਆ ਮੇਰੀ ਮਾਏ, ਪੜੋ ਸਤਿਗੁਰੂ ਮੈਂ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਉਂਝ ਵਾਰੀ ਤੌਰ ਤੇ ਤਾਂ ਹਰ ਬੰਦਾ ਜਿਹਨੂੰ ਪੁੱਛ ਲਓ ਕਹਿੰਦਾ ਚੜ੍ਹਦੀ ਕਲਾ। ਉਹ ਤਾਂ ਘਰ ਜਾ ਕੇ ਵੇਖੋ ਨਾ ਕੀ ਹੈ। ਬਾਹਰੀ ਤੌਰ ਤੇ ਹਰ ਬੰਦਾ ਕਹਿੰਦਾ ਨਹੀਂ ਜੀ ਆਨੰਦ ਆਨੰਦ ਹੈ। ਪਰ ਪਾਤਸ਼ਾਹ ਨੇ ਕਿਹਾ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਾਹਦੇ ਨਾਲ? ਕਿਰਪਾ ਕਰੇ ਪਿਆਰਿਆ। ਹੁਣ ਕਿਰਪਾ ਦੀ ਡੈਫੀਨੇਸ਼ਨ ਲੋਕਾਂ ਨੇ ਗਲਤ ਸਮਝ ਲਈ। ਕਿਰਪਾ ਦੀ ਪਰਿਭਾਸ਼ਾ ਇਹ ਸਮਝ ਲਈ ਵੀ ਜੇ ਕਾਰੋਬਾਰ ਬਹੁਤ ਚੱਲ ਪਿਆ, ਬੜੀ ਕਿਰਪਾ ਜੀ। ਇਹਦਾ ਮੁੰਡਾ ਬਾਹਰ ਚਲ ਗਿਆ ਜੀ, ਕੈਨੇਡਾ ਦਾ ਬਣ ਗਿਆ, ਬਹੁਤ ਕਿਰਪਾ ਜੀ। ਉਹ ਤਾਂ 5-10 ਸਾਲਾਂ ਬਾਅਦ ਵੇਖਿਓ ਨਾ ਕੀ ਹੋਣਾ। ਉਹ ਤਾਂ ਬਾਅਦ ਵਿੱਚ ਕਹਾਣੀ ਸਮਝ ਆਉਣੀ ਹੈ, ਇਹਨੂੰ ਕਿਰਪਾ ਨਾ ਸਮਝੋ ਤੁਸੀਂ। ਪਾਤਸ਼ਾਹ ਨੇ ਕਿਹਾ ਭੁਲੇਖਾ ਹੈ, ਕਿਸੇ ਦੇ ਬੱਚੇ ਬਾਹਰ ਚਲੇ ਗਏ, ਬੜੀ ਕਿਰਪਾ ਜੀ। ਜ਼ਮੀਨ ਹੋਰ ਖਰੀਦ ਲਈ ਹੈ, ਕਿਰਪਾ ਬਹੁਤ ਹੈ। ਨਹੀਂ, ਇਹ ਕਿਰਪਾ ਦੀ ਪਰਿਭਾਸ਼ਾ ਨਹੀਂ ਹੈ, ਇਹ ਕਿਰਪਾ ਦੀ ਪਰਿਭਾਸ਼ਾ ਨਹੀਂ।
ਪਾਤਸ਼ਾਹ ਫਿਰ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਹੁਣ ਕਿਰਪਾ ਦੀ ਪਰਿਭਾਸ਼ਾ ਕੀ ਹੈ? ਕਰ ਕਿਰਪਾ ਕਿਲ ਵਿਖ ਕੱਟੇ। ਜੇ ਸਾਡੇ ਪਾਪ ਕੱਟੇ ਜਾਣ, ਜੇ ਸਾਡੇ ਕੀਤੇ ਹੋਏ ਕਰਮ ਕੱਟੇ ਜਾਣ, ਜੇ ਭਿਆਨਕ ਕਿਲ ਵਿਖ ਪਾਪ ਕੱਟੇ ਜਾਣ, ਫਿਰ ਤਾਂ ਹੈ ਕਿਰਪਾ। ਕਰ ਕਿਰਪਾ ਕਿਲ ਵਿਖ ਕੱਟੇ, ਕਾਹਦੇ ਨਾਲ? ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਭਾਈ ਤੇਰਾ ਅੰਦਰੋਂ ਮੋਹ ਮੁੜ ਗਿਆ ਸੰਸਾਰ ਦੇ ਪਦਾਰਥਾਂ ਵੱਲੋਂ, ਵਿਕਾਰਾਂ ਵੱਲੋਂ, ਤੇਰੇ ਕਿਲ ਵਿਖ ਕੱਟੇ ਜਾ ਰਹੇ ਨੇ। ਤੂੰ ਫਿਰ ਜਪ ਸਤਨਾਮ ਸ੍ਰੀ ਵਾਹਿਗੁਰੂ। ਹਰ ਹਾਲਤ ਵਿੱਚ ਤੈਨੂੰ ਵਾਹਿਗੁਰੂ ਯਾਦ ਆਵੇ, ਫਿਰ ਆਨੰਦ ਹੈ। ਤੇ ਜੇ ਕੰਮ ਨਾ ਬਣੇ ਫਿਰ ਉਰਝਾ ਜਾਏ, ਮੁਰਝਾ ਜਾਏ, ਦੁਖੀ ਹੋ ਜਾਏ, ਘਰ ਵਿੱਚ ਕੱਲ ਕਲੇਸ਼ ਹੋਰ ਵਧੇ, ਫਿਰ ਕਾਹਦਾ ਆਨੰਦ ਹੈ? ਆਨੰਦ ਜਾਇਦਾਦ ਵਿੱਚ ਨਹੀਂ ਹੈ। ਇੱਕ ਦਿਨ ਮੈਂ ਕਥਾ ਸੁਣਾਈ, ਦੋ ਭਰਾਵਾਂ ਵਿੱਚ ਝਗੜਾ ਰਿਹਾ ਥੋੜੀ ਜਿਹੀ ਜ਼ਮੀਨ ਦਾ। ਜ਼ਮੀਨ ਉਹਨਾਂ ਦੇ ਕੋਲ ਸਾਧ ਸੰਗਤ ਕੋਈ 9-10 ਕਿੱਲੇ 9 ਕਿੱਲੇ ਜ਼ਮੀਨ ਹੋਣੀ ਹੈ। ਤਾਂ ਉਹ ਪਿਓ ਨੇ ਕੀ ਕੀਤਾ ਵੀ ਦੋਵਾਂ ਭਰਾਵਾਂ ਨੂੰ 4-4 ਵੰਡ ਦਿੱਤੇ, 1 ਕਿੱਲਾ ਉੱਪਰਲਾ ਰੱਖ ਲਿਆ। ਭਾਈ ਜਿਹੜਾ ਸਾਡੀ ਸੇਵਾ ਕਰੂ ਉਨੀ ਦੇਰ ਉਹ ਇਸ ਕਿੱਲੇ ਦਾ ਮਾਲਕ ਹੈ, ਇਹਦੀ ਵਟਾਈ ਕਮਾਈ ਉਹ ਖਾਏਗਾ। ਤੋ ਪਿਓ ਗੁਜ਼ਰ ਗਿਆ, ਬਾਅਦ ਵਿੱਚ ਮਾਈ ਰਹੀ, ਉਨੀ ਦੇਰ ਉਹ ਜਿਹੜਾ ਛੋਟਾ ਲੜਕਾ ਉਹ ਖਾਈ ਗਿਆ, ਉਹਨੂੰ ਵਾਹੀ ਗਿਆ। ਮਾਤਾ ਦੇ ਗੁਜ਼ਰਨ ਤੋਂ ਬਾਅਦ ਹੁਣ ਉਹ ਰੌਲਾ ਪੈ ਗਿਆ ਉਸ 1 ਕਿੱਲੇ ਦਾ। ਬੜਾ ਕਹਿੰਦੇ ਵੀ ਹੁਣ ਮਾਤਾ ਗੁਜ਼ਰ ਗਈ ਹੈ, ਅੱਧੋ ਅੱਧੀ ਕਰ ਭਾਈ, 4 ਕਨਾਲਾਂ ਦੇ ਹੁਣ। ਤੇ ਉਹ ਕਹਿੰਦਾ ਮੈਂ ਮਾਤਾ ਦੀ ਸੇਵਾ ਕੀਤੀ ਹੈ, ਮੈਂ ਕਿਵੇਂ ਦਵਾਂ ਤੈਨੂੰ? ਜਦੋਂ ਕਿਸੇ ਨੂੰ ਪੁੱਛ ਪਛਾ ਵੀ ਹੋਇਆ, ਉਹਨੇ ਕਿਹਾ ਜੀ ਮਾਤਾ ਤਾਂ ਮੇਰੇ ਨਾਮ ਕਰ ਗਈ ਹੈ, ਮੈਂ ਸੇਵਾ ਕੀਤੀ ਹੈ। ਸਭ ਪਿੰਡ ਨੂੰ ਪਤਾ ਸੀ ਵੀ ਮਾਈ ਦੀ ਸੇਵਾ ਉਹਨੇ ਕੀਤੀ ਹੈ, ਪਰ ਇਸ ਗੱਲ ਦਾ ਨਹੀਂ ਸੀ ਪਤਾ ਵੀ ਮਾਤਾ ਦੇ ਗੁਜ਼ਰਨ ਤੋਂ ਬਾਅਦ ਉਹ 1 ਕਿੱਲੇ ਦੀ 4-4 ਕਨਾਲਾਂ ਦੁੱਧ ਦੀ ਮਾਲਕ ਨੇ। ਜਿੰਨੀ ਦੇਰ ਮਾਤਾ ਪਿਤਾ ਬੈਠੇ ਨੇ, ਮਾਤਾ ਦੀ ਸੇਵਾ ਕਰਕੇ ਉਹਦੀ ਵਟਾਈ ਕਮਾਈ ਉਹ ਖਾਏਗਾ। ਹੁਣ ਰੌਲਾ ਸਿਰਫ 4 ਕਨਾਲਾਂ ਜਗ੍ਹਾ ਦਾ ਹੈ। ਦੋਵਾਂ ਭਰਾਵਾਂ ਦਾ ਝਗੜਾ ਵਧਿਆ, ਬੋਲ ਬਰਾਲਾ ਵਧਿਆ, ਪੰਚਾਇਤਾਂ ਹੋਈਆਂ, ਥਾਣੇ ਤੱਕ ਗੱਲ ਗਈ, ਅਖੀਰ ਅਦਾਲਤ ਵਿੱਚ ਕੇਸ ਪਾਤੇ। ਇਹ ਕੇਸ ਸਾਧ ਸੰਗਤ 2-2.5 ਸਾਲ ਚੱਲਦਾ ਰਿਹਾ। ਜਿਵੇਂ ਜਿਵੇਂ ਕਲੇਸ਼ ਚੱਲਿਆ, ਜਿਵੇਂ ਜਿਵੇਂ ਕੇਸ ਚੱਲਿਆ, ਤਿਵੇਂ ਤਿਵੇਂ ਕਲੇਸ਼ ਵਧਿਆ। ਕਿਉਂਕਿ ਜਦੋਂ ਬੰਦਾ ਥੱਕ ਹਾਰ ਕੇ ਅਦਾਲਤ ਚੋਂ ਤਰੀਕ ਤੋਂ ਆਉਂਦਾ ਨਾ, ਇੱਕ ਤੇ ਉੱਥੇ ਬਣਦਾ ਕੁਝ ਨਹੀਂ, ਬਹਿ ਕੇ ਸ਼ਾਮਾਂ ਤੱਕ ਉਹ ਤਰੀਕ ਭੁਗਤ ਕੇ ਆਉਂਦਾ, ਵਕੀਲ ਤਰੀਕ ਲੈ ਦਿੰਦਾ, ਔਰ ਆਉਣ ਲੱਗੇ ਨੂੰ ਕਹਿੰਦਾ ਸਰਦਾਰ ਜੀ ਕਾਗਜ਼ ਕਢਾਇਆ ਅੰਦਰੋਂ 1200 ਰੁਪਈਆ ਦੇ ਦਿਓ। 200-300 ਕਿਰਾਇਆ ਵੀ ਲਾਇਆ, 1200-1400 ਲੈ ਵੀ ਲਿਆ, 1500 ਖਰਚ ਕੇ ਖਾਲੀ ਘਰ ਨੂੰ ਆਉਂਦਾ। ਤੇ ਫਿਰ ਘਰ ਵਿੱਚ ਕੱਲ ਕਲੇਸ਼ ਵੱਧਦਾ, ਹਰੇਕ ਤਰੀਕੇ 1000-2000 ਉਹਨਾਂ ਲੈਣਾ ਹੀ ਹੁੰਦਾ। ਕਲੇਸ਼ ਵੱਧਦਾ ਗਿਆ। ਉਹ ਸੱਜਣ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਬਹੁਤ ਦੁਖੀ ਹਾਂ ਅਸੀਂ। ਮੈਂ ਉਹਨੂੰ ਕਿਹਾ ਵੀ ਦੁਖੀ ਕਿਸ ਗੱਲੋਂ? ਰੱਬ ਨੇ ਤਾਂ ਕਿਸੇ ਨੂੰ ਦੁਖੀ ਕੀਤਾ ਹੀ ਨਹੀਂ, ਕਿਉਂਕਿ ਰੱਬ ਦਾ ਨਾਮ ਤਾਂ ਸੁੱਖ ਦਾਤਾ ਹੈ, ਦੁੱਖ ਦਾਤਾ ਤਾਂ ਹੈ ਹੀ ਨਹੀਂ। ਉਹ ਤਾਂ ਸਭ ਨੂੰ ਸੁੱਖ ਦਿੰਦਾ ਹੈ, ਦੁੱਖ ਤਾਂ ਬੰਦੇ ਨੇ ਖੁਦ ਕ੍ਰੀਏਟ ਕੀਤੇ ਨੇ। ਮੈਂ ਉਹਨੂੰ ਕਿਹਾ ਵੀ ਦੁੱਖ ਕਿਸ ਗੱਲ ਦਾ ਹੈ? ਉਹ ਕਹਿੰਦਾ ਜੀ ਦੁਖੀ ਬਹੁਤ ਹੈ, ਘਰ 'ਚ ਕੱਲ ਕਲੇਸ਼ ਬਹੁਤ ਹੈ, ਹੁਣ ਮੁੰਡਾ ਵੀ ਕਹਿਣਾ ਨਹੀਂ ਮੰਨਦਾ ਜੀ, ਇਹ ਹੋਣ ਲੱਗ ਪਿਆ। ਇੱਕ ਮੇਰੇ ਭਰਾ ਨਾਲ ਕੇਸ ਚੱਲਦਾ। ਜਦੋਂ ਉਹਨੇ ਕੇਸ ਦੀ ਡਿਟੇਲ ਦੱਸੀ, ਮੈਂ ਉਹਨੂੰ ਕਿਹਾ ਵੀ ਸੁਖੀ ਹੋ ਸਕਦਾ, ਅੱਜ ਹੀ ਹੋ ਸਕਦਾ, ਤੇਰੇ ਦੁੱਖਾਂ ਦੇ ਕਾਰਨ ਮੁੱਕ ਸਕਦੇ ਨੇ। ਭਾਈ ਤੂੰ ਸੁਖੀ ਹੋ ਸਕਦਾ, ਤੇਰੇ ਹੱਥ ਵੱਸ ਹੈ, ਕਿਸੇ ਹੋਰ ਦੇ ਨਹੀਂ, ਅੱਜ ਹੀ ਹੋ ਸਕਦਾ। ਉਹ ਕਹਿੰਦਾ ਭਾਈ ਸਾਹਿਬ ਰਾਹ ਦੱਸੋ, ਕੋਈ ਪਾਠ ਦੱਸੋ। ਮਾਫ ਕਰਿਓ, ਬਾਣੀ ਸਦਾ ਹੀ ਸੁਖਦਾਈ ਹੈ, ਪਰ ਤੁਸੀਂ ਕੱਲ ਕਲੇਸ਼ ਵੀ ਰੱਖੋ ਤੇ ਕਹੋ ਜੀ ਕੋਈ ਪਾਠ ਦੱਸ ਦਿਓ, ਇਸ ਤਰ੍ਹਾਂ ਥੋੜੀ ਹੋ ਸਕਦਾ। ਗੁਰੂ ਦਾ ਉਪਦੇਸ਼ ਧਾਰਨ ਕਰਨਾ ਪਏਗਾ। ਗੁਰੂ ਦੀ ਬਾਣੀ ਕੱਲਾ ਮੰਤਰ ਨਹੀਂ ਹੈ ਵੀ ਘਰ ਵਿੱਚ ਮੰਤਰ ਪੜੋ ਜੀ, ਆਹ ਸ਼ਬਦ ਕਰੋ ਤਾਂ ਆਹ ਸਿੱਧੀ ਹੋ ਜਾਂਦੀ ਹੈ। ਕਈਆਂ ਨੇ ਵੀ ਰੌਲਾ ਪਾਇਆ ਹੋਇਆ ਪੰਥ ਵਿੱਚ, ਇਦਾਂ ਦੇ ਵੀ ਗੁੱਟ ਕੇ ਕਈਆਂ ਨੇ ਛਾਪ ਦਿੱਤੇ ਜਿੱਥੇ ਸ਼ਬਦਾਂ ਦਾ ਲਿਖਿਆ ਹੋਇਆ ਵੀ ਜੇ ਤੁਸੀਂ ਕੇਸ ਜਿੱਤਣਾ ਤਾਂ ਸ਼ਬਦ ਦਾ ਜਾਪ ਕਰੋ, ਜੇ ਵਿਦੇਸ਼ ਦਾ ਕੰਮ ਨਹੀਂ ਬਣਦਾ ਆਹ ਸ਼ਬਦ ਦਾ ਜਾਪ ਕਰੋ। ਇਹ ਤਾਂ ਦੂਜਿਆਂ ਵਾਲਾ ਕੰਮ ਹੋ ਗਿਆ।
श्री गुरु ग्रंथ साहब महाराज की बाणी इस तरह का कोई मंत्र नहीं है। हाँ एक जरूर कहे, अपने घर विच नाम जपना शुरू कर, नाम सारे सुख दिंदा है। सुख नाही बहुते धन खाटे, सुख नाही पेखै निरत नाटे, सुख नाही बहु देश कमाए, सर्व सुखां सारे सुख कादे विच हर हर गुण गाए। जपया कर सतनाम श्री वाहिगुरु, कल कलेस मिटणगे सारे सुख मिलणगे। वो चेचे तौर पर नहीं कोई शब्द भी केस जितन लिए आ शब्द है, यदा मतलब बाणी तो सब का भला करती है, फिर जिहड़ा हारेगा केस उहदा तां नुकसान हो गया। जदों वो सज्जण मैनू कहना जी कोई पाठ दसो, मैं उन्होंने कहा भी पाठ कोई नहीं है, बाणी घर विच पढ़ो, मिश्री सारे पासियां तो मिठी है। कोई बंदा कहता भी मिश्री किधरले पासियों खावा मिठी किधरों होएगी, मिश्री चारे खूंजियां तो मिठास है। इदां बाणी हर पक्ष तो सुखदाई है, पर सज्जणों सुख लैणे फिर कुछ त्यागना पैंदा है, कुछ छड्डना पैंदा है। जे तुसीं चाहुंदे हो कुछ प्राप्त करना है, पहलां कोलों कुछ छड्डो। मैं उन्होंने उदाहरण दी भी आपां जमीन का काम करते हैं, जिहड़ा तूं क्विंटलां विच हुण कणक कढणी है, ट्रालियां भर के खेतों विचों आपां कणक कढनी है, हर साल कणक झोना ट्रालियां भर के खेतों चों कढी दियां। पहलां 10 किलोआं विच बीजिया सी तां क्विंटलां विच तुसीं प्राप्त कर रहे हो। पहलां कोलों किलोआं विच बीज छड्डना पैंदा है, फलीभूत हो जाए तां क्विंटलां च फिर आउंदा ट्रालियां भर के। कहना जी ये तो गल सही है। मैं उन्होंने कहा 4 कनालां जमीन का केस चलदा है, छड्ड दे। कहना जी पैसा ही बहुत लग गया है, किवें छड्ड दईए। मैं उन्होंने कहा होर नहीं लगेगा, छड्ड दे। जे तू सुखी होना है, तैनूं मैं कहना अज ही सुखी हो सकदा है, केस वापस लै ला। तेरी माता दी उन्हें सेवा की है, रहण दे 4 कनालों उहदे कोल, केस वापस लै ला। ये ना कह मैं जमीन लैनी है, मन च इन्ना सोच, तेरे बाप की जायदाद 8 किले सी, 4 आ गए, 9वां किला भुल ही जावे जमीन सी। गल तो मन चो भुलाउण दी है ना। पिंड विच जिन्हां कोल जमीन नहीं वो बंदे रोटी नहीं खांदे, जिन्हां बंदियां कोल जमीन थोड़ी है वो बंदे किते भुखे मर गए ने, वो भी सुखी ने। मन नूं समझाउण दी गल है। मन दा की समझाउणा है, बुलिया इधरों पटना ते इधर लाउणा, ये ते मन की हालत है, इनू समझाओ है ही नहीं सी मेरा। वो गुरु की किरपा हुई, गल्लां नाल उहदा मन टिक गया। उन्हें कहा भाई साहब इदां ही सही। फिर अगली सवेर जाके उन्हें कचहरी में वकील नूं कहा जी मेरे तो साइन कराओ, केस वापस लेना, मैं केस नहीं लड़ना। जमीन छड्डी, उन्हें अपने भरा नूं 4 कनालां छड्ड दित्ती। वो तो उहदे भरा नूं 1 महीने बाद अगली तरीक ते पता लगा भी वड्डा भरा तो केस वापस लै गया। वो दूजे वकील ने कहा तैनूं बधाई, उन्हें केस वापस लै लिया, जमीन तेरी हो गई। वो बड़ा खुश होया। साध संगत 2 4 महीने 6 महीने लंघे, तुसीं हैरान होवोगे। कोलों कुछ छड्ड के वेखो, रब चौगना दिंदा है, तुहानूं घाटा नहीं पैंदा है। वो घाटा कदे पैण ही नहीं दिंदा, वो तो हमेशा ही वधाउंदा है। पर शर्त एक है, पहलां कोलों कुछ छड्ड, वो चौगना कर सकदा है, 10 गुणा वधा सकदा है। 2 4 6 महीने लंघे, पातशाह की नज़र हुई, जिहड़ा लड़का उहदा घर च कल कलेस करदा सी ना, कदे रुस के चला गया, कदे मोटरसाइकिल चुक के चला गया, कदे घर विच कल कलेस। उसे लड़के नूं गुरु की नज़र किरपा हुई, रिश्तेदारी विचों एक लड़की का रिश्ता आ गया। उन्हें आईलैट्स की हुई सी। वो कहते भी सरदार जी जे अद्धो अद्धे पैसे ला दिओ, आपां बच्चों की शादी कर देंगे। उन्हें उस लड़के का आनंद कारज शादी भी कर दी। कुड़ी ते मुंडे वालियां दोवां धिरां ने 8-8 लाख रुपया लाया। 16 लाख विच ओदी बहू भी बाहर लड़की चली गई और 3-4 महीनों बाद उन्हें पेपर भेज दिते। ओदा लड़का भी ओदे मगर ही बाहर चला गया। तो मैं उन्होंने फिर जदों उन्हें बधाई दी ना, कहना जी वो जिहड़ा लड़का विआहिया बाहर चला गया कनेडा, बहू चली गई से मगर पेपर भेजते। 6 महीनों के विच वे छेती काम बन गया। उदों काम बनते भी बहुत छेती सी। तो कहना जी बधाई होवे, लड़का बाहर चला गया। मैं उन्होंने कहा सरदार जी किन्ने पैसे लगे? कहना जी मेरा तो 8 लगा, 8 को नहीं लाया मेरे कुड़मा ने, अद्धो अद्धी पैसा लगा साडा।
ਸਾਰਾ ਖਰਚਾ 8 ਲੱਖ ਆਇਆ ਹੈ ਤੇ ਮੈਂ ਉਹਨੂੰ ਕਿਹਾ ਸੱਜਣਾ 8 ਲੱਖ ਵਿੱਚ ਤੇਰਾ ਲੜਕਾ ਕੈਨੇਡਾ ਪਹੁੰਚ ਗਿਆ, ਇੱਥੇ ਲੋਕ 20-20 ਲੱਖ ਰੁਪਈਆ ਚੁੱਕੀ ਫਿਰਦੇ ਨੇ, ਜੇ ਤੂੰ 20 ਲੱਖ 'ਚ ਲੜਕਾ ਪਹੁੰਚਾਉਣਾ ਹੁੰਦਾ ਅੱਜ 8 'ਚ ਪਹੁੰਚ ਗਿਆ, ਇਹਦਾ ਮਤਲਬ ਤੈਨੂੰ 12 ਲੱਖ ਰੁਪਏ ਦਾ ਫਾਇਦਾ ਹੋਇਆ। ਹੁਣ ਮੈਨੂੰ ਦੱਸ ਵਿੱਚ 4 ਕਨਾਲਾਂ 12 ਲੱਖ ਦੀ ਹੈਗੀ। ਕਹਿੰਦਾ ਜੀ ਇਹ ਤੇ ਗੱਲ ਸਹੀ ਹੈ, ਵੇ ਇੰਨੀ ਮਹਿੰਗੀ ਜ਼ਮੀਨ ਨਹੀਂ ਉਹ ਹੈ, 4 ਕਨਾਲਾਂ 12 ਲੱਖ ਦੀ ਨਹੀਂ ਹੈ। ਤਾਂ ਸਾਧ ਸੰਗਤ ਉਹਦਾ ਮਨ ਪ੍ਰਸੰਨ ਹੋ ਗਿਆ। ਉਹ ਕਹਿੰਦਾ ਜੀ ਠੀਕ ਹੈ, ਲੜਕਾ ਚਲਾ ਗਿਆ। ਉਸ ਤੋਂ ਬਾਅਦ ਅਕਾਲ ਪੁਰਖ ਦੀ ਨਜ਼ਰ ਹੋਈ, ਉਹ 6 ਮਹੀਨਿਆਂ ਬਾਅਦ ਉਹਦਾ ਛੋਟਾ ਭਰਾ ਰੋਜ਼ ਵੇਖਦਾ ਵੀ ਕਦੋਂ ਬੜਾ ਭਾਈ ਮੈਨੂੰ ਰਸਤੇ 'ਚ ਮਿਲੇ, ਮੈਂ ਬਾਂਹ ਫੜ ਕੇ ਰੋਕ ਕੇ ਕਹਿਣਾ ਭਰਾਵਾ ਰੁੱਸਿਆ ਕਿਉਂ ਫਿਰਦਾ, ਜ਼ਮੀਨ ਮੈਂ ਤੈਨੂੰ ਛੱਡੀ। ਉਹ ਦੋਵੇਂ ਭਰਾ 6 ਮਹੀਨਿਆਂ ਬਾਅਦ ਛੋਟੇ ਨੇ ਵੀ ਮਾਫੀ ਮੰਗ ਲਈ, ਹੱਥ ਜੋੜ ਕੇ ਕਿਹਾ ਵੀਰਾ ਮੈਂ ਫਸਲ ਭਰਾ ਵੱਢ ਲਈ ਹੈ, ਭਾਜੀ ਤੁਹਾਡੀ ਜਗ੍ਹਾ ਛੱਡ ਦਿੱਤੀ, 4 ਕਨਾਲਾਂ ਚਾਹੇ ਵਾਲੋ ਚਾਹੇ ਰੱਖ ਲਓ। ਉਹਨੂੰ ਜਗ੍ਹਾ ਵੀ ਉਹਨੇ ਦੇ ਦਿੱਤੀ। ਅੱਜ ਉਹਨੇ ਉਹ 4 ਕਨਾਲਾਂ ਵਿੱਚ ਉੱਥੇ ਦਰਖਤ ਲਾਏ ਨੇ, ਸਬਜ਼ੀਆਂ ਲਾਉਂਦੇ ਨੇ, ਦੋਵੇਂ ਭਰਾ ਇਕੱਠੇ ਖੂਹ ਤੇ ਬਹਿੰਦੇ ਨੇ, ਮਿਲਦੇ ਜੁਲਦੇ ਨੇ, ਪਰਿਵਾਰ ਖੁਸ਼ਹਾਲ ਹੈ। ਕੁਝ ਕੋਲੋਂ ਛੱਡ ਕੇ ਵੇਖੋ ਤੁਸੀਂ ਸੁਖੀ ਹੋ ਜਾਓਗੇ। ਇਹੀਓ ਗੱਲ ਪਾਤਸ਼ਾਹ ਨੇ ਕਹੀ ਹੈ, ਭਲਿਆ ਜਿੰਨੀ ਦੇਰ ਤੂੰ ਕੋਲੋਂ ਕੋਈ ਛੱਡਦਾ ਨਹੀਂ ਉਨੀ ਦੇਰ ਸੁਖੀ ਨਹੀਂ ਹੋ ਸਕਦਾ। ਤੇਰੇ ਸੁੱਖਾਂ ਦਾ ਕਾਰਨ ਵੀ ਤੂੰ ਹੈ, ਤੇਰੇ ਦੁੱਖਾਂ ਦਾ ਕਾਰਨ ਵੀ ਤੂੰ ਹੈ। ਜੇ ਤੂੰ ਸੁਖੀ ਹੋਣਾ ਫਿਰ ਫਰੀਦਾ ਬੁਰੇ ਦਾ ਭਲਾ ਕਰ, ਪੜੋ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨ ਲੱਗਈ, ਪੱਲੇ ਸਭ ਕੇਸ਼ ਪਾਏ। ਕੋਲੋਂ ਛੱਡ ਤੈਨੂੰ ਸਭ ਕੁਝ ਮਿਲ ਸਕਦਾ, ਪਰ ਦੇਣ ਵਾਲਾ ਦਾਤਾ ਹੈ। ਇਹ ਯਾਦ ਰੱਖੀ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ। ਜੇ ਉਹ ਦੇਣ ਤੇ ਆ ਜਾਏ ਤੁਹਾਡੀਆਂ ਕੌਡੀਆਂ ਦੀ ਜ਼ਮੀਨ ਕਰੋੜਾਂ ਦੇ ਪਾ ਹੋ ਜਾਂਦੀ ਹੈ। ਜੇ ਉਹ ਖੋਣ ਤੇ ਆ ਜਾਏ ਫਿਰ ਕਰੋੜਾਂ ਵਾਲੀ ਵੀ ਕੌਡੀਆਂ 'ਚ ਜਾਂਦੀ। ਇਸ ਲਈ ਆਪਾਂ ਉਸ ਦਾਤੇ ਦਾ ਸ਼ੁਕਰ ਕਰਕੇ ਜਪਣਾ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ, ਦਿੰਦੇ ਟੋਟ ਨ ਆਵਈ, ਅਗਣਤ ਬਰੇ ਭੰਡਾਰ। ਕਿਉਂਕਿ ਚੇਤ ਗੋਬਿੰਦ ਆਰਾਧੀ ਹੈ, ਰੱਬ ਨੂੰ ਚੇਤੇ ਕਰ, ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਆਰਾਧਨ ਜਿਹੜਾ ਉਹ ਹੈ ਤੁਹਾਡੇ ਮਨ ਦੇ ਅੰਦਰ ਵਾਹਿਗੁਰੂ ਦੀ ਯਾਦ। ਪਰ ਉਹ 24 ਘੰਟੇ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਕਿਰਤ ਕਰਮ ਕਰਦਿਆਂ ਰੱਬ ਯਾਦ ਰਵੇ, ਉਹਦੇ ਵਾਸਤੇ ਸ਼ੁਰੂਆਤ ਵਿੱਚ ਰਸਨਾ ਤੋਂ ਪਹਿਲਾਂ ਜਪ ਵਾਹਿਗੁਰੂ ਵਾਹਿਗੁਰੂ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਉੱਠਦਿਆਂ ਬਹਿੰਦਿਆਂ ਰਸਨਾ ਤੋਂ ਭਣਾ ਦਾ ਅਰਥ ਬੋਲਿਆ ਕਰ, ਉਚਾਰਿਆ ਕਰ। ਮੈਂ ਕਈ ਵਾਰ ਉਦਾਹਰਨ ਦਿੰਦਾ ਹੁੰਦਾ, ਛੋਟੇ ਬੱਚੇ ਪਹਿਲੀ ਕਲਾਸ ਜਦੋਂ ਪੜ੍ਹਦੇ ਉਹਨੂੰ ਟੀਚਰ ਵਾਈ ਸਨੈਪ ਪੜ੍ਹਾਉਂਦਾ, ਏ ਫਾਰ ਐਪਲ, ਬੀ ਫਾਰ ਬੈਟ, ਸੀ ਫਾਰ ਕੈਟ, ਡੀ ਫਾਰ ਡੌਗ। ਉਹਨੂੰ ਸ਼ਕਲਾਂ ਵੀ ਦਿਖਾਉਂਦਾ, ਤੇ ਜਦੋਂ ਅੱਖਰ ਅੰਦਰ ਵਸ ਜਾਂਦੇ ਨੇ ਫਿਰ ਥੋੜ੍ਹੀ ਟੀਚਰ ਕਹਿੰਦਾ ਵੇ ਇੱਦਾਂ ਲਿਖੋ। ਉਹ ਤਾਂ ਵੱਡੇ ਵੱਡੇ ਫਿਕਰੇ ਬੋਲਦਾ ਤੇ ਬੱਚੇ ਲਿਖੀ ਜਾਂਦੇ ਨੇ। ਪੈਰਾਗ੍ਰਾਫ ਬੋਲਦਾ ਇੰਗਲਿਸ਼ ਦਾ ਤੇ ਬੱਚਾ ਲਿਖ ਰਿਹਾ ਹੈ, ਹੁਣ ਉਹਦੇ ਅੰਦਰ ਅੱਖਰ ਵਸ ਗਏ। ਇੱਦਾਂ ਸ਼ੁਰੂਆਤ ਵਿੱਚ ਉੱਠਦਿਆਂ ਬਹਿੰਦਿਆਂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ 24 ਘੰਟੇ ਯਾਦ ਰਹਿਣ ਲੱਗ ਪੈਂਦਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਚੇਤ ਗੋਬਿੰਦ ਆਰਾਧੀ ਹੈ, ਹੋਵੇ ਆਨੰਦ ਕਣਾ। ਕਾਹਦੇ ਨਾਲ? ਸੰਤ ਜਨਾਂ ਮਿਲ ਪਾਈਏ, ਸੰਗਤ ਵਿੱਚ ਬਹਿ ਕੇ। ਰਸਨਾ ਨਾਮ ਭਣਾ, ਜਿਨ ਭਾਇਆ ਪ੍ਰਭ ਆਪਣਾ, ਆਏ ਤਿਸੈ ਗਣਾ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ, ਸੁਣਨਾ ਗੁਰ ਨਾਉ। ਫਿਰ ਕੀ ਹੋਏਗਾ? ਸਤਿਗੁਰ ਸੇਤੀ ਰਤਿਆ, ਸਾਂਝ ਪੈ ਜਾਣੀ ਗੁਰੂ ਨਾਲ। ਸਤਿਗੁਰ ਸੇਤੀ ਰਤਿਆ, ਦਰਗਾ ਪਈਐ ਠਾਓ, ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਤ ਦੇ। ਪੜੋ ਜਗ ਮੈਂ ਉੱਤਮ ਕਾਢੀਐ, ਵਿਰਲੇ ਕੇਈ। ਭਾਈ ਫਿਰ ਤੂੰ ਉੱਤਮ ਹੋ ਸਕਦਾ,
ਫਿਰ ਨੀਚ ਕਰਮ ਤੋਂ ਤੇਰੇ ਕਰਮ ਉੱਤਮ ਹੋ ਸਕਦੇ, ਫਿਰ ਤੂੰ ਪਤਿਤ ਤੋਂ ਪਾਵਨ ਹੋ ਸਕਦਾ ਹੈ। ਫਿਰ ਗੁਰੂ ਦੀ ਨਦਰ ਤੈਨੂੰ ਪਤਿਤ ਤੋਂ ਪਾਵਨ ਕਰ ਦੇਗੀ। ਤੇਰੇ ਕਰ ਕਿਰਪਾ ਕਿਲਬਿਖ ਕੱਟੇ, ਗਿਆਨ ਅੰਜਨ ਸਾਰਿਆ, ਇਹ ਗੁਰੂ ਦੀ ਬਖਸ਼ਿਸ਼ ਹੋ ਜਾਏਗੀ। ਸੰਗਤ ਵਿੱਚ ਇੱਕ ਚੋਰ ਵਿਰਤੀ ਵਾਲਾ ਚੋਰ ਆਇਆ। ਇਹ ਕਥਾ ਸੁਣਾਉਣ ਦਾ ਮੈਨੂੰ ਹੁਕਮ ਹੋਇਆ, ਧਿਆਨ ਨਾਲ ਸੁਣਿਓ। ਉਹ ਸੰਗਤ ਦੇ ਜਥੇ ਵਿੱਚ ਰਲ ਗਿਆ। ਮਨ ਵਿੱਚ ਸੀ ਵੀ ਜਿੱਥੇ ਕਿਤੇ ਮੌਕਾ ਮਿਲਿਆ ਚੋਰੀ ਕਰਕੇ ਕਿਸੇ ਦੀ ਗਠੜੀ ਫੋਲ ਕੇ 4 ਪੈਸੇ ਮਿਲੇ ਤਾਂ ਮੈਂ ਨਿਕਲ ਜਾਂਗਾ। ਹੁਣ ਸੰਗਤ ਵਿੱਚ ਕਿਹੜਾ ਭੇਦ ਪਤਾ ਲੱਗਦਾ ਵੀ ਇਹ ਬੰਦਾ ਚੋਰ ਹੈ, ਕਿਹੜਾ ਕਿਸੇ ਦੇ ਮੱਥੇ ਤੇ ਲਿਖਿਆ ਹੋਇਆ ਹੈ। ਉਹ ਸੰਗਤ ਵਿੱਚ ਰਲਿਆ ਰਿਹਾ, ਪਰ ਉਹਨੂੰ ਮੌਕਾ ਨਾ ਮਿਲਿਆ ਵੀ ਚੋਰੀ ਕਰ ਸਕਾਂ। ਸੰਗਤ ਦੇ ਜਥੇ ਨਾਲ ਤੁਰਦਿਆਂ ਤੁਰਦਿਆਂ, ਚੱਲਦਿਆਂ ਚੱਲਦਿਆਂ, ਗੱਡਿਆਂ ਤੇ ਉਦੋਂ ਸੰਗਤ ਜਾਂਦੀ ਸੀ। ਉਹ ਸ਼੍ਰੀ ਕੀਰਤਪੁਰ ਸਾਹਿਬ ਪਹੁੰਚ ਗਿਆ। ਜਦੋਂ ਕੀਰਤਪੁਰ ਸਾਹਿਬ ਪਹੁੰਚਿਆ, ਹੁਣ ਉੱਥੇ ਸੰਗਤ ਹੋਰ ਬਹੁਤ ਮਨ ਦੇ ਅੰਦਰ ਆਇਆ। ਇੱਕ ਤੇ ਪਛਤਾਵਾ ਹੈ ਕਿ ਮੈਂ ਰਸਤੇ ਵਿੱਚ ਚੋਰੀ ਨਹੀਂ ਕਰ ਸਕਿਆ। ਦੂਜਾ ਮਨ ਦੇ ਅੰਦਰ ਥੋੜੀ ਖੁਸ਼ੀ ਵੀ ਹੈ ਵੀ ਇੱਥੇ ਤਾਂ ਸੈਂਕੜੇ ਹੀ ਸਿੱਖ ਘੁੰਮਦੇ ਨੇ, ਰਾਤ ਰਵਾਂਗਾ, ਕਿਸੇ ਨਾ ਕਿਸੇ ਦਾ ਤੇ ਹੱਥ ਵੱਜ ਹੀ ਜਾਣਾ ਹੈ, ਚੋਰੀ ਕਰਕੇ ਨਿਕਲ ਜਾਵਾਂਗਾ। ਇਹ ਤਾਂ ਜਥੇ ਵਿੱਚ ਥੋੜੇ ਬੰਦੇ ਸੀ, ਇੱਥੇ ਤਾਂ ਸੈਂਕੜੇ ਸਿੱਖ ਨੇ, ਕਿਸੇ ਨਾ ਕਿਸੇ ਦੀ ਅਮੀਰ ਬੰਦੇ ਦੀ ਚੋਰੀ ਕਰਕੇ ਨਿਕਲਾਂਗਾ। ਉਹ ਚੋਰ ਸ਼੍ਰੀ ਕੀਰਤਪੁਰ ਸਾਹਿਬ ਰੁਕ ਗਿਆ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਨੇ। ਜਦੋਂ ਇਹ ਚੋਰ ਸੰਗਤ ਵਿੱਚ ਆਇਆ ਨਾ, ਕਹਿੰਦੇ ਦੇ ਮਨ ਚ ਆਇਆ ਵੀ ਪਹਿਲੀ ਵਾਰ ਮੈਂ ਦਰਬਾਰ ਸੰਗਤ ਵਿੱਚ ਆਇਆ, ਕਿਤੇ ਸ਼ੱਕ ਨਾ ਪੈ ਜਾਏ ਮੈਂ ਚੋਰ ਆ। ਦੂਜਿਆਂ ਵੱਲ ਵੇਖ ਵੇਖ ਕੇ ਨਕਲ ਕਰਦਾ ਹੈ, ਕਿਵੇਂ ਬਾਕੀ ਸੰਗਤ ਕਿੱਧਰ ਜਾ ਰਹੀ ਹੈ, ਲੰਗਰ ਵਿੱਚ ਮਗਰ ਚਲਾ ਗਿਆ। ਜਿਵੇਂ ਬਾਕੀ ਸੰਗਤ ਪੰਗਤ ਵਿੱਚ ਬੈਠੀ, ਉਹ ਵੀ ਛਕਣ ਬਹਿ ਗਿਆ। ਜਿਵੇਂ ਬਾਕੀਆਂ ਨੇ ਪ੍ਰਸ਼ਾਦਾ ਲੈ ਕੇ ਵਾਹਿਗੁਰੂ ਕਿਹਾ, ਉਹਨੇ ਵੀ ਕਿਹਾ। ਜਿਵੇਂ ਬਾਕੀ ਸੰਗਤ ਵੱਲ ਵੇਖਦਾ ਵੀ ਪ੍ਰਸ਼ਾਦਾ ਲੈ ਕੇ ਮੱਥਾ ਟੇਕਦੇ ਨੇ, ਫਿਰ ਉਹਨੇ ਵੀ ਮਸਤਕ ਨੂੰ ਪ੍ਰਸ਼ਾਦਾ ਲਾਇਆ, ਹੱਥ ਜੋੜ ਕੇ ਮੱਥਾ ਟੇਕਿਆ। ਜਦੋਂ ਬਾਕੀ ਛਕਣ ਲੱਗੇ, ਉਹ ਵੀ ਉਸ ਤਰ੍ਹਾਂ ਛਕਦਾ। ਹੁਣ ਪ੍ਰਸ਼ਾਦੇ ਵਰਤਾਉਣ ਵਾਲੇ ਵੀ ਵਾਹਿਗੁਰੂ ਕਹਿੰਦੇ ਨੇ, ਛਕਣ ਵਾਲੇ ਵੀ ਵਾਹਿਗੁਰੂ ਕਹਿੰਦੇ ਨੇ, ਦਾਲਾਂ ਵਰਤਾਉਣ ਵਾਲੇ ਵੀ ਵਾਹਿਗੁਰੂ ਕਹਿੰਦੇ ਨੇ। ਇੰਨੀ ਵਾਰ ਇਹਦੇ ਕੰਨਾਂ ਵਿੱਚ ਗੁਰੂ ਦੀ ਬਾਣੀ ਤੇ ਸ਼ਬਦ ਪਿਆ। ਇਹਨੇ ਪ੍ਰਸ਼ਾਦਾ ਛਕਿਆ ਗੁਰੂ ਦਾ, ਤੇ ਸਾਧ ਸੰਗਤ ਇਹਦੇ ਮਨ ਦੀ ਬਿਰਤੀ ਬਦਲ ਗਈ। ਇੱਕ ਚੀਜ਼ ਧਿਆਨ ਵਿੱਚ ਰੱਖਿਓ, ਸਿਆਣੇ ਪੁਰਸ਼ਾਂ ਦਾ ਕਥਨ ਹੈ, ਜੈਸਾ ਅੰਨ ਵੈਸਾ ਮਨ। ਮਨ ਦੀ ਬਿਰਤੀ ਵੀ ਉਦਾਂ ਦੀ ਹੁੰਦੀ ਹੈ। ਜਿਸ ਤਰ੍ਹਾਂ ਦਾ ਤੁਸੀਂ ਅਨਾਜ ਖਾਓਗੇ, ਤੁਹਾਡੇ ਮਨ ਦੀ ਬਿਰਤੀ ਮਾਨਸਿਕ ਦਸ਼ਾ ਜਿਹੜੀ ਹੈ ਉਸੇ ਜਗ੍ਹਾ ਤੇ ਰਹੇਗੀ। ਮੈਂ ਇੱਕ ਦਿਨ ਇਹਦਾ ਉਲੇਖ ਕੀਤਾ। ਮੈਨੂੰ ਬਾਹਰ ਨਾਗਪੁਰ ਅਸੀਂ ਕਥਾ ਤੇ ਗਏ, ਉੱਥੇ ਕਈ ਬੰਦਿਆਂ ਨੇ ਸਵਾਲ ਕੀਤਾ। ਉਹ ਕਹਿੰਦੇ ਭਾਈ ਸਾਹਿਬ ਜੀ ਵੀ ਨੌਨ ਵੈਜ ਖਾ ਲੈਣਾ ਚਾਹੀਦਾ। ਮੈਂ ਉਹਨੂੰ ਕਿਹਾ ਵੀ ਵੈਸੇ ਇਹ ਸਵਾਲ ਪੰਥ ਵਿੱਚ ਵਰਜਿਤ ਹੈ ਸਾਡੇ ਲਈ, ਤੁਸੀਂ ਸਵਾਲ ਕਰ ਰਹੇ ਹੋ, ਇਹਦਾ ਜਵਾਬ ਮੇਰੇ ਕੋਲੋਂ ਨਾ ਪੁੱਛੋ ਤਾਂ ਚੰਗੀ ਗੱਲ ਹੈ। ਇਹ ਸ਼੍ਰੀ ਅਕਾਲ ਤਖਤ ਸਭ ਫੈਸਲਾ ਕਰੇਗਾ, ਜਾਂ ਜੋ ਤੁਹਾਨੂੰ 5 ਪਿਆਰਿਆਂ ਨੇ ਕਿਹਾ। ਕਹਿੰਦਾ ਨਹੀਂ ਜੀ, ਸਰੀਰ ਦੀ ਤਾਕਤ ਵਾਸਤੇ ਠੀਕ ਹੁੰਦਾ ਹੈ, ਇਹਦਾ ਦੱਸੋ ਜੀ ਕਿੱਥੇ ਮਨਾਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਪੜੋਗੇ, ਪਾਤਸ਼ਾਹ ਨੇ ਦੋਵੇਂ ਪੱਖ ਸਾਹਮਣੇ ਰੱਖੇ ਨੇ, ਇਹ ਤੁਸੀਂ ਬਾਣੀ ਵਿੱਚੋਂ ਪੜ ਸਕਦੇ ਹੋ। ਮੈਂ ਉਹਨੂੰ ਇਹ ਕਿਹਾ ਵੀ ਜੋ ਭੋਜਨ ਤੁਸੀਂ ਖਾਂਦੇ ਹੋ, ਉਹਦਾ ਇਫੈਕਟ ਤੁਹਾਡੀ ਮਾਨਸਿਕ ਦਸ਼ਾ ਤੇ ਵੀ ਹੁੰਦਾ ਹੈ। ਭੋਜਨ ਦੀ ਤਾਸੀਰ ਤੁਹਾਡੇ ਸਰੀਰ ਉੱਤੇ ਵੀ ਕੰਮ ਕਰਦੀ ਹੈ। ਭੋਜਨ ਦੀ ਤਾਸੀਰ ਅੰਦਰ ਦੀ ਜਿਹੜੀ ਹੈ, ਉਹ ਤਾਵੀਰ ਤੁਹਾਡੇ ਮਨ ਉੱਤੇ ਵੀ ਕੰਮ ਕਰਦੀ ਹੈ। ਇੱਕ ਭੋਜਨ ਦੀ ਤਾਸੀਰ ਹੈ ਜਿਹੜੀ ਤਨ ਤੇ ਅਸਰ ਕਰੇਗੀ। ਉਹ ਗਰਮ ਹੋ ਸਕਦਾ ਹੈ, ਠੰਡਾ ਹੋ ਸਕਦਾ ਹੈ, ਬਾਏਵਾਦੀ ਹੋ ਸਕਦਾ ਹੈ। ਇੱਕ ਭੋਜਨ ਦੀ ਤਾਵੀਰ ਹੈ ਜਿਹੜੀ ਤੁਹਾਡੇ ਮਨ ਉੱਤੇ ਅਸਰ ਕਰਦੀ ਹੈ, ਉਹ ਮਨ ਦੀ ਤਾਸੀਰ ਨੂੰ ਵੀ ਬਦਲਦੀ ਹੈ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਠੀਕ ਹੈ, ਸਾਡੇ ਮੁਕਾਬਲੇ ਤੁਸੀਂ ਸਿੱਖਾਂ ਦੇ ਵੇਖੋ, ਗੁਰੂ ਦੇ ਸਿੱਖ ਕੜਾਹ ਪ੍ਰਸ਼ਾਦੀ ਦੇਗ ਛਕਦੇ ਨੇ। ਗੁਰੂ ਦਾ ਸਿੱਖ ਕੋਈ ਸਾਦਾ ਭੋਜਨ ਵੀ ਛਕਦਾ ਹੋਵੇ, ਉਹਨੂੰ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਉਹਦੇ ਅੰਦਰ ਦੀ ਸਰੀਰ ਨੂੰ ਬਲਵਾਨਤਾ ਰੱਖਦਾ ਹੈ। 8-8 ਮਹੀਨੇ ਭੁੱਖੇ ਪਿਆਸੇ ਰਹਿ ਕੇ ਵੀ ਸਿੱਖ ਲੜਦੇ ਰਹੇ, ਉਹ ਕਿੱਥੋਂ ਤਾਕਤ ਆਈ ਸਰੀਰ ਦੇ ਅੰਦਰ। ਸਰੀਰ ਬਾਹਰੋਂ ਕਮਜ਼ੋਰ ਵੀ ਹੋਵੇ, ਤੁਹਾਡੀ ਮਾਨਸਿਕ ਦਸ਼ਾ ਬਲਵਾਨ ਹੋਵੇ, ਤੁਸੀਂ ਬਹੁਤ ਵੱਡਾ ਕੰਮ ਕਰ ਸਕਦੇ ਹੋ।
ਹਾਥੀ ਦੇ ਮੁਕਾਬਲੇ ਬੰਦੇ ਵਿੱਚ ਇੰਨੀ ਤਾਕਤ ਨਹੀਂ ਹੈ, ਪਰ ਬੰਦਾ ਫਿਰ ਵੀ ਹਾਥੀ ਨੂੰ ਕਾਬੂ ਵਿੱਚ ਰੱਖਦਾ ਹੈ। ਸਰਕਸ ਵਿੱਚ ਹਾਥੀ ਨਾਚ ਨਚਾ ਦਿੰਦਾ ਬੰਦਾ ਹਾਥੀ ਕੋਲੋਂ। ਏਦਾਂ ਭਾਈ ਜ਼ਰੂਰੀ ਨਹੀਂ ਕਿ ਬਾਹਰ ਦੀ ਸਰੀਰ ਦੀ ਤਾਕਤ ਹੋਵੇ ਤੁਸੀਂ ਤਾਕਤਵਰ ਹੋ। ਸਰੀਰ ਅਦਨਾ ਵੀ ਹੋਵੇ, 4.5 ਫੁੱਟ ਦਾ ਕੱਦ ਹੈ, ਭਾਈ ਬਚਿੱਤਰ ਸਿੰਘ ਹਾਥੀ ਦੇ ਸਿਰ 'ਚ ਨਾਗੜੀ ਮਾਰ ਕੇ ਭਜਾ ਦਿੰਦੇ ਨੇ। 6.5 ਫੁੱਟ ਦਾ ਖਾ ਖਾ ਕੇ ਬਲਵਾਨ ਹੋਇਆ ਦੁਨੀ ਚੰਦ ਹਾਥੀ ਨਾਲ ਲੜਨ ਦੀ ਨੌਬਤ ਆਈ ਤਾਂ ਅੱਧੀ ਰਾਤ ਨੂੰ ਡਰ ਕੇ ਭੱਜ ਜਾਂਦਾ। ਇਤਿਹਾਸ ਹੈ ਤੁਹਾਡਾ। ਫਿਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਬਾਇਓਲੋਜਿਕ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਸਿੱਖੋ ਤੁਸੀਂ ਦੂਜੀਆਂ ਸਟੇਟਾਂ ਵਿੱਚ ਰਹਿੰਦੇ ਹੋ, ਜਦੋਂ ਕੋਈ ਦੂਜੇ ਮਾਸ ਖਾਣੇ ਜਿਨ੍ਹਾਂ ਨੂੰ ਕਹਿੰਦੇ ਹੋਏ 6-6 ਫੁੱਟ ਦਾ ਕੱਦ ਹੈ ਤੇ ਮੁਸਲਮਾਨ ਸਰੀਰ ਕਰਕੇ ਤਕੜੇ ਬਹੁਤ ਨੇ ਜੀ, ਬਲਸ਼ਾਲੀ ਬਹੁਤ ਨੇ, ਤੁਹਾਨੂੰ ਪਤਾ ਹੈ ਵੀ 100 ਬੰਦਾ ਉਹਨਾਂ ਦਾ ਖੜਾ ਹੋਵੇ, ਗੁਰੂ ਦਾ ਖਾਲਸਾ ਕੱਲਾ ਹੀ ਕਿਰਪਾਨ ਲੈ ਕੇ ਸਾਹਮਣੇ ਆ ਜਾਏ 100 ਦਾ 100 ਬੰਦਾ ਭਜਾ ਦੇਗਾ। 84 ਵਿੱਚ ਜੋ ਕੁਝ ਹੋਇਆ, ਇੱਕ ਸਿੱਖ ਨੇ 100 ਬੰਦੇ ਭਜਾਏ ਨੇ ਮੋਰੇ ਜਦੋਂ ਸ਼ਮਸ਼ੀਰ ਕੱਢ ਲਈ। ਉਹ ਵੱਖਰੀ ਗੱਲ ਹੈ, ਕੋਈ ਕੱਲਾ ਕਿਸੇ ਦੇ ਹੱਥ ਆ ਗਿਆ, ਬਿਨਾਂ ਸ਼ਸਤਰ ਤੋਂ ਹੱਥ ਆ ਗਿਆ, ਉਦੋਂ ਉਹਨਾਂ ਵੀ ਵਧੀਕੀ ਕੀਤੀ ਹੈ। ਪਰ ਕੱਲੇ ਸਿੱਖ ਦੇ ਸਾਹਮਣੇ 100 ਬੰਦਾ ਭਜਦਾ, ਪਤਾ ਕਿਉਂ? ਉਹ ਬੰਦਿਆਂ ਕੋਲ ਸਰੀਰ ਦੀ ਤਾਕਤ ਹੋ ਸਕਦੀ ਹੈ, ਪਰ ਜਿਹੜਾ ਭੋਜਨ ਖਾਂਦੇ ਨੇ ਉਹਦੀ ਤਸੀਰ ਵੀ ਮਨ ਤੇ ਅਸਰ ਕਰਦੀ ਹੈ। ਉਹ ਕਹਿੰਦੇ ਜੀ ਉਹ ਕਿਵੇਂ? ਮੈਂ ਉਹਨੂੰ ਕਿਹਾ ਜਦੋਂ ਕਿਸੇ ਜਾਨਵਰ ਨੂੰ ਤੁਸੀਂ ਵੱਢਦੇ ਹੋ, ਹਰ ਬੰਦਾ ਮਰਨ ਤੋਂ ਵੀ ਡਰਦਾ, ਜੀਵ ਜੰਤੂ ਵੀ ਮਰਨ ਤੋਂ ਡਰਦਾ। ਜਦੋਂ ਕਿਸੇ ਨੂੰ ਵੱਢੋਗੇ ਉਹ ਡਰਦਾ, ਉਹਦੇ ਅੰਦਰ ਡਰ ਪੈਦਾ ਹੁੰਦਾ ਮੌਤ ਦਾ। ਉਹਦੇ ਮਾਸ ਦਾ ਉਹ ਵੱਢਣ ਲੱਗਿਆ ਜਿਹੜਾ ਉਸ ਸਰੀਰ ਵਿੱਚ, ਉਸ ਮਾਸ ਦੇ ਅੰਦਰ, ਉਹ ਸਰੀਰ ਵਿੱਚ ਮਰਨ ਤੋਂ ਪਹਿਲਾਂ ਡਰ ਹੈ, ਉਹ ਸਹਿਮ ਉਹਦੇ ਬਣੇ ਹੋਏ ਭੋਜਨ ਵਿੱਚ ਵੀ ਰਹੇਗਾ। ਇਹ ਠੀਕ ਹੈ, ਸਰੀਰ ਨੂੰ ਤਾਕਤਵਰ ਬਣਾ ਦੇਗਾ, ਪਰ ਮਾਨਸਿਕ ਤੌਰ ਤੇ ਤੁਹਾਡੇ ਅੰਦਰ ਸਹਿਮ ਬਣਿਆ ਰਹੇਗਾ, ਡਰ ਬਣਿਆ ਰਹੇਗਾ। ਕਿਉਂ? ਉਹ ਜਿਹਨੂੰ ਵੱਢਣ ਲੱਗਿਆ, ਮਾਰਨ ਲੱਗਿਆ, ਉਹਦਾ ਸਹਿਮ ਸੀ, ਉਹ ਤੁਹਾਡੇ ਖਾਣ ਵਾਲੇ ਦੇ ਅੰਦਰ ਵੀ ਸਹਿਮ ਰਹੇਗਾ, ਉਹ ਡਰ ਰਹੇਗਾ, ਉਹਦੀ ਤਸੀਰ ਹੈ। ਉਹ ਸੈਂਕੜੇ ਬੰਦੇ ਇਕੱਲਾ ਹੀ ਸਿੱਖ ਡਰਾ ਲੈਂਦਾ। ਤਾਈਓ ਤਾਂ ਫਿਰ ਬੋਲੇ ਬਣੇ। ਭਾਈ ਰਤਨ ਸਿੰਘ ਭੰਗੂ ਸਾਹਿਬ ਲਿਖਦੇ ਨੇ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰ ਚੋਂ ਘੂਰ ਘੂਰ ਮੌਤ ਨੂੰ ਡਰਾਏ ਤੇਰਾ ਖਾਲਸਾ। ਤੇਰੇ ਖਾਲਸੇ ਵਿੱਚ ਇੰਨੀ ਤਾਕਤ ਹੈ, ਇਹ 5 ਘੁੱਟ ਅੰਮ੍ਰਿਤ ਪੀ ਕੇ ਇੰਨਾ ਬਲਵਾਨ ਹੋ ਜਾਂਦਾ। ਇਹ ਤਾਂ ਸੁੱਕਾ ਪ੍ਰਸ਼ਾਦਾ ਛਕ ਕੇ ਵੀ ਮੌਤ ਨੂੰ ਡਰਾਉਣ ਦੀ ਤਾਕਤ ਰੱਖਦਾ ਹੈ। ਭਾਈ ਬਲ ਕਿੱਥੋਂ ਆਉਂਦਾ? ਗੁਰੂ ਦੀ ਰਹਿਮਤ, ਗੁਰੂ ਦੀ ਬਾਣੀ, ਗੁਰੂ ਦੇ ਬਾਣੇ ਵਿੱਚ ਇਹ ਤਾਕਤ ਹੈ, ਗੁਰੂ ਦੇ ਅੰਮ੍ਰਿਤ ਵਿੱਚ ਇਹ ਤਾਕਤ ਹੈ। ਖੈਰ, ਭੋਜਨ ਦੀ ਤਸੀਰ ਕੰਮ ਕਰਦੀ ਹੈ, ਇਹ ਜ਼ਰੂਰ ਧਿਆਨ ਵਿੱਚ ਰੱਖਿਓ। ਆਪਾਂ ਭੋਜਨ ਘਰ ਵਿੱਚ ਵੀ ਛਕਦੇ ਹਾਂ, ਪਰ ਜੇ ਗੁਰੂ ਦਾ ਲੰਗਰ ਜਿੱਥੇ ਵਾਹਿਗੁਰੂ ਜਪ ਕੇ ਬਣਾਇਆ ਗਿਆ ਹੈ, ਸਾਧ ਸੰਗਤ, ਉਹ ਪ੍ਰਸ਼ਾਦਾ ਵੀ ਤੁਹਾਡੇ ਉੱਤੇ ਕੰਮ ਕਰੇਗਾ। ਅੱਜ ਚੋਰ ਨੇ ਪ੍ਰਸ਼ਾਦਾ ਛਕਿਆ, ਬਣਾਉਣ ਵਾਲਿਆਂ ਵੀ ਵਾਹਿਗੁਰੂ ਕਿਹਾ, ਛਕਾਉਣ ਵਾਲਿਆਂ ਵੀ ਵਾਹਿਗੁਰੂ ਜਪਿਆ। ਜਿਹੜੀਆਂ ਮਾਈਆਂ ਪ੍ਰਸ਼ਾਦਾ ਬਣਾਇਆ, ਉਹ ਵੀ ਗੁਰੂ ਦੀ ਬਾਣੀ ਪੜ੍ਹਦਿਆਂ ਪ੍ਰਸ਼ਾਦੇ ਤਿਆਰ ਕੀਤੇ। ਅੱਜ ਪ੍ਰਸ਼ਾਦ ਛਕ ਕੇ ਮਨ ਦੀ ਤਸੀਰ ਬਦਲੀ ਹੈ, ਉਹਦੇ ਵੀ ਚੋਰ ਦੇ ਹੱਥ ਜੁੜੇ ਹੋਏ ਨੇ। ਜਿੱਧਰ ਸੰਗਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨਾਂ ਨੂੰ ਜਾ ਰਹੀ ਹੈ, ਚੋਰ ਵੀ ਉਸ ਕਤਾਰ ਵਿੱਚ ਲੱਗ ਗਿਆ, ਸਿੱਧਾ ਗੁਰੂ ਦੇ ਦਰਸ਼ਨਾਂ ਨੂੰ ਦਰਬਾਰ ਵੱਲ ਜਾ ਰਿਹਾ ਹੈ। ਜਿਵੇਂ ਬਾਕੀ ਸੰਗਤ ਸਤਿਨਾਮ ਵਾਹਿਗੁਰੂ ਜਪਦੀ, ਚੋਰ ਵੀ ਜਪਣ ਲੱਗ ਪਿਆ, ਚੋਰ ਵੀ ਨਾਲ ਨਾਲ ਵਾਹਿਗੁਰੂ ਕਹਿਣ ਲੱਗ ਪਿਆ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਬਾਰ 'ਚ ਗਿਆ, ਵੜਨ ਲੱਗਿਆ ਦਰਬਾਰ ਵਿੱਚ, ਮਨ 'ਚ ਚੇਤਾ ਆਇਆ, ਮੈਂ ਤਾਂ ਚੋਰ ਆ, ਮੇਰਾ ਕੀ ਕੰਮ ਹੈ ਇੱਥੇ, ਮੈਂ ਕੀਰਤਨ ਕਥਾ ਤੋਂ ਕੀ ਲੈਣਾ? ਉਹਦੇ ਮਨ 'ਚੋਂ ਆਵਾਜ਼ ਆਈ। ਜਦੋਂ ਗੁਰੂ ਦੇ ਦਰਬਾਰ 'ਚ ਵੜਨ ਲੱਗਾ, ਉਹਨੂੰ ਇੱਕ ਪਲ ਚੇਤਾ ਆਇਆ, ਮੈਂ ਤਾਂ ਚੋਰ ਹਾਂ। ਸੰਗਤ ਕਤਾਰ ਵਿੱਚ ਲੱਗੀ ਮੱਥਾ ਟੇਕਣ ਨੂੰ, ਚੋਰ ਦੇ ਮਨ 'ਚ ਆਇਆ, ਮੈਂ ਮੱਥਾ ਟੇਕ ਕੇ ਕੀ ਲੈਣਾ, ਮੈਂ ਤਾਂ ਚੋਰ ਹਾਂ। ਉਹ ਮੱਥਾ ਟੇਕਣ ਤੋਂ ਬਗੈਰ ਸਭ ਤੋਂ ਪਿੱਛੇ ਬਹਿ ਗਿਆ, ਬਿਨਾਂ ਮੱਥਾ ਟੇਕਿਆ ਬਹਿ ਗਿਆ। ਇੱਧਰ ਕੀਰਤਨ ਚੱਲ ਰਿਹਾ ਹੈ, ਚੋਰ ਦਾ ਵਿੱਚ ਹੈ, ਕੋਈ ਗੱਲ ਨਹੀਂ, ਸੋਚਦਾ ਕਦੇ ਕਦੇ ਸ਼ਾਮਾਂ ਤੱਕ ਕੋਈ ਚੋਰੀ ਲੱਗ ਹੀ ਜਾਣੀ ਹੈ, ਰਾਤ ਤੱਕ ਤਾਂ ਕੋਈ ਨਾ ਕੋਈ ਮੈਂ ਚੋਰੀ ਲਾਹੇ ਲੈਣੀ ਹੈ। ਕੀਰਤਨ ਹੋ ਰਿਹਾ, ਇੰਨੇ ਨੂੰ ਕੀਰਤਨ ਸਮਾਪਤ ਹੋਇਆ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤਖਤ ਤੇ ਬੈਠੇ ਕੁਝ ਬੋਲਣ ਲੱਗੇ। ਸਾਰੀ ਸੰਗਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ। ਛੋਟੀ ਉਮਰ ਹੈ ਪਾਤਸ਼ਾਹ ਦੀ, ਬੜਾ ਸੁੰਦਰ ਮੁਖੜਾ ਹੈ। ਪਾਤਸ਼ਾਹ ਸੁੰਦਰ ਮੁਖ ਤੋਂ ਸੁੰਦਰ ਜਿਹੇ ਤੋਤਲੇ ਬਚਨ ਕਰਨ ਲੱਗੇ ਨੇ। ਸਤਿਗੁਰੂ ਬਹੁਤ ਮਿੱਠੀ ਆਵਾਜ਼ ਵਿੱਚ ਬੋਲੇ,
ਜਿਹੜਾ ਚੋਰ ਸਭ ਤੋਂ ਪਿੱਛੇ ਬੈਠਾ ਨਾ, ਉਹਨੇ ਪਿੱਛੇ ਉੱਚਾ ਹੋ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਤੇ ਮਨ ਚ ਕਹਿੰਦਾ ਇੰਨੀ ਛੋਟੀ ਉਮਰ ਦਾ ਗੁਰੂ, ਇੰਨੀ ਛੋਟੀ ਉਮਰ ਦਾ ਗੁਰੂ। ਤੇ ਫਿਰ ਆਪਣੇ ਮਨ ਨਾਲ ਗੁਰੂ ਨਾਲ ਗੱਲਾਂ ਕਰਦਾ, ਕਹਿੰਦੇ ਇੰਨੀ ਛੋਟੀ ਉਮਰ ਦਾ ਗੁਰੂ, ਕੀ ਪਤਾ ਗੁਰੂ ਅੰਤਰਜਾਮੀ ਹੋਵੇ, ਕਿਤੇ ਸਮਝ ਹੀ ਨਾ ਲਵੇ ਮੈਂ ਚੋਰ ਹਾਂ। ਤੇ ਫਿਰ ਮਨ ਚ ਕਹਿੰਦਾ ਜੇ ਗੁਰੂ ਅੰਤਰਜਾਮੀ ਹੋਇਆ ਫਿਰ ਮੇਰੇ ਬਾਰੇ ਗੱਲ ਕਰੇਗਾ। ਹੁਣ ਗੁਰੂ ਨਾਲ ਗੱਲਾਂ ਕਰਨ ਲੱਗ ਪਿਆ। ਇੱਕ ਬੇਨਤੀ ਸਮਝਿਓ, ਗੁਰੂ ਨਾਲ ਗੱਲਾਂ ਕੋਈ ਵਿਰਲਾ ਭਾਗਾਂ ਵਾਲਾ ਹੀ ਕਰ ਸਕਦਾ ਹੈ, ਨਹੀਂ ਤਾਂ ਬੈਠੇ ਆਪਾਂ ਇੱਥੇ ਹੋਈਦਾ, ਧਿਆਨ ਕਿਤੇ ਹੋਰ ਹੀ ਹੁੰਦਾ। ਜਦੋਂ ਤੁਹਾਡੀ ਸੁਰਤ ਜੁੜ ਜਾਏ, ਤੁਸੀਂ ਬੈਠਿਆਂ ਗੁਰੂ ਦੀ ਕਥਾ ਕੀਰਤਨ ਗਿਆਨ ਗੁਰੂ ਨਾਲ ਗੱਲਾਂ ਕਰਨ ਲੱਗ ਜਾਓ, ਵੱਡੇ ਭਾਗ। ਅੱਜ ਉਹ ਚੋਰ ਸੰਗਤ ਵਿੱਚ ਸਭ ਤੋਂ ਪਿੱਛੇ ਬੈਠਾ, ਮਨ 'ਚ ਗੱਲਾਂ ਕਰਦਾ, ਇੰਨੀ ਛੋਟੀ ਉਮਰ ਦਾ ਗੁਰੂ, ਜੇ ਗੁਰੂ ਅੰਤਰਜਾਮੀ ਹੋਇਆ, ਫਿਰ ਜੇ ਅੰਤਰਜਾਮੀ ਹੋਏ ਫਿਰ ਮੇਰੇ ਬਾਰੇ ਗੱਲ ਕਰਨਗੇ। ਏਦਾਂ ਸਤਿਗੁਰੂ ਦੇ ਬਾਰੇ ਸੋਚਦਾ, ਗੁਰੂ ਨਾਲ ਗੱਲਾਂ ਕਰਦਾ। ਇੰਨੇ ਨੂੰ ਪਾਤਸ਼ਾਹ ਬਹੁਤ ਮਿੱਠੀ ਰਸਨਾ ਨਾਲ ਜ਼ੁਬਾਨ ਨਾਲ ਬੋਲੇ। ਪਾਤਸ਼ਾਹ ਦੀ ਉਮਰ ਕੋਈ 7.5 ਵਰਿਆਂ ਦੀ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮਿੱਠੀ ਰਸਨਾ ਨਾਲ ਬੋਲੇ, ਕਹਿੰਦੇ ਭਾਈ ਜੇ ਕੋਈ ਚੋਰ ਹੋਵੇ, ਜਦੋਂ ਚੋਰ ਕਿਹਾ ਤਾਂ ਚੋਰ ਤਾਂ ਕੰਬ ਗਿਆ। ਮਹਾਰਾਜ ਗੁਰੂ ਅੰਤਰਜਾਮੀ ਹੈ, ਇਹ ਤਾਂ ਚੋਰ ਬਾਰੇ ਕਹਿ ਰਹੇ ਨੇ। ਪਾਤਸ਼ਾਹ ਕਹਿੰਦੇ ਸਾਧ ਸੰਗਤ, ਜੇ ਕੋਈ ਸੰਸਾਰ ਵਿੱਚ ਚੋਰ ਹੋਵੇ ਤਾਂ ਹੁਣ ਚੋਰ ਨੇ ਪਿੱਛੋਂ ਨਜ਼ਰ ਚੁੱਕ ਗੁਰੂ ਵੱਲ ਵੇਖਿਆ, ਹੈਰਾਨੀ ਦੀ ਹੱਦ ਨਾ ਰਹੀ। ਐਂ ਲੱਗਾ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਮੇਰੇ ਵੱਲ ਵੇਖ ਰਹੇ ਨੇ, ਇਹਨੇ ਅੱਖਾਂ ਨੀਵੀਆਂ ਕਰ ਲਈਆਂ। ਪਾਤਸ਼ਾਹ ਕਹਿੰਦੇ ਭਾਈ ਜੇ ਕੋਈ ਸੰਸਾਰ ਵਿੱਚ ਚੋਰ ਹੋਵੇ, ਸਾਧ ਸੰਗਤ ਚੋਰ ਦੀ ਜਾਮਣੀ ਤਾਂ ਕੋਈ ਸੰਸਾਰ ਵਿੱਚ ਨਹੀਂ ਦਿੰਦਾ, ਚੋਰ ਦੀ ਜਾਮਣੀ ਤਾਂ ਕੋਈ ਸੰਸਾਰ ਵਿੱਚ ਨਹੀਂ ਭਰਦਾ, ਚੋਰ ਦੀ ਜਾਮਣੀ ਕੋਈ ਸਮਾਜ ਵਿੱਚ ਕਦੇ ਨਹੀਂ ਲੈਂਦਾ। ਤੁਸੀਂ ਵੀ ਸਿਆਣੇ ਬੈਠੇ ਹੋ, ਚੋਰ ਬੰਦੇ ਦੀ ਜਾਮਣੀ ਦਿੰਦਾ ਕੋਈ? ਥਾਣੇ ਜਾ ਕੇ ਵੀ ਛੱਡ ਦਿਓ ਇਹਨੂੰ। ਇੱਕ ਵਾਰ ਦੋ ਵਾਰ, ਅਖੀਰ ਫਿਰ ਪੁਲਿਸ ਵਾਲੇ ਵੀ ਕਹਿੰਦੇ ਵੀ ਕਾਹਦੇ ਲਈ ਤੁਸੀਂ ਜ਼ਿੰਮੇਵਾਰੀ ਲੈਂਦੇ, ਤੇ ਬਾਰ-ਬਾਰ ਚੋਰੀ ਕਰਦਾ। ਚੋਰ ਦੀ ਜਾਮਣੀ ਦੇਣ ਕੋਈ ਵੀ ਨਹੀਂ ਜਾਂਦਾ ਥਾਣੇ 'ਚ, ਚੋਰ ਦੀ ਜਾਮਣੀ ਕੋਈ ਨਹੀਂ ਭਰਦਾ। ਕਹਿੰਦੇ ਜਦੋਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਜੇ ਕੋਈ ਸਾਧ ਸੰਗਤ ਚੋਰ ਹੋਵੇ, ਚੋਰ ਦੀ ਹਮੀ, ਚੋਰ ਦੀ ਹਮ, ਚੋਰ ਦੀ ਜਾਮਣੀ ਕੋਈ ਸੰਸਾਰ 'ਚ ਨਹੀਂ ਭਰਦਾ। ਦੱਸੋ ਭਾਈ ਜੇ ਕੋਈ ਰੱਬ ਦਾ ਚੋਰ ਹੋਵੇ, ਦਰਗਾਹ ਵਿੱਚ ਜਾਮਣੀ ਕੌਣ ਭਰੇਗਾ? ਹੁਣ ਚੋਰ ਅੰਦਰੋਂ ਮਨ ਨਾਲ ਕੰਬ ਗਿਆ, ਅੱਖਾਂ ਨੀਵੀਆਂ ਕਰ ਲਈਆਂ, ਮਨ ਦੇ ਅੰਦਰ ਕਹਿੰਦਾ ਗੁਰੂ ਅੰਤਰਜਾਮੀ ਹੈ, ਪਾਤਸ਼ਾਹ ਮੈਨੂੰ ਕਹਿ ਰਹੇ ਨੇ। ਹਜ਼ੂਰ ਨੇ ਬੜੀ ਮਿੱਠੀ ਰਸਨਾ ਨਾਲ ਸ਼ਬਦ ਪੜਿਆ। ਪਾਤਸ਼ਾਹ ਕਹਿੰਦੇ ਚੋਰ ਕੀ ਹਮ ਭਰੇ ਨਾ ਕੋਏ। ਚੋਰ ਦੀ ਜਾਮਣੀ ਕੌਣ ਦਿੰਦਾ? ਚੋਰ ਕੀ ਹਮ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਸੁਣ ਮਨ ਅੰਧੇ ਕੁੱਤੇ ਕੁੜਿਆਰ, ਬਿਨ ਬੋਲੇ ਬੁਝੇ ਸਚਿਆਰ, ਬਿਨ ਬੋਲੇ ਬੁਝੇ ਸਚਿਆਰ। ਇਹ ਮੂਰਖ ਮਨਾ, ਰੱਬ ਬਿਨਾਂ ਬੋਲਿਆ ਹੀ ਸਭ ਕੁਝ ਜਾਣਦਾ, ਤੂੰ ਕੀ ਹੈ? ਹੁਣ ਚੋਰ ਸਭ ਤੋਂ ਪਿੱਛੇ ਬੈਠਾ, ਅੰਦਰ ਮਨ ਵਿੱਚ ਵਿਰਾਗ ਭਰਿਆ, ਅੱਖਾਂ ਭਰ ਆਈਆਂ, ਗੁਰੂ ਅੰਤਰਜਾਮੀ ਹੈ, ਪਾਤਸ਼ਾਹ ਤਾਂ ਮੈਨੂੰ ਕਹਿ ਰਹੇ ਨੇ, ਪਾਤਸ਼ਾਹ ਤਾਂ ਮੈਨੂੰ ਕਹਿ ਰਹੇ ਨੇ। ਇਹਨੇ ਅੱਖਾਂ ਭਰ ਕੇ ਰੋਇਆ, ਬਸ ਅੱਖਾਂ ਵਿੱਚ ਹੰਝੂ ਆਉਣ ਦੀ ਦੇਰ ਸੀ। ਇਹਦੇ ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਜਨ ਕਹਿੰਦੇ ਨੇ ਸੁਰਮੇ ਨੂੰ, ਅੱਖਾਂ ਵਿੱਚ ਗੁਰੂ ਦਾ ਗਿਆਨ ਪੈ ਗਿਆ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਅੱਜ ਉਹਨੇ ਜਾਣਿਆ ਆਨੰਦ ਕੀ ਹੁੰਦਾ। ਅੱਖਾਂ ਵਿਰਾਗ ਨਾਲ ਭਰੀਆਂ, ਰੋਣ ਲੱਗ ਪਿਆ। ਫਿਰ ਉਹਨੇ ਆਖਰੀ ਵਾਰ ਆਪਣਾ ਮੂੰਹ ਉੱਪਰ ਚੁੱਕਿਆ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵੱਲ ਵੇਖਿਆ। ਅੰਦਰੋਂ ਮਨ ਚ ਕਹਿੰਦਾ ਪਾਤਸ਼ਾਹ ਜੇ ਮੈਨੂੰ ਕਹਿ ਰਹੇ ਹੋ ਨਾ,
फिर मेरा नाम लैके बुलाओ, हुण इन्ना ही काम रह गया। जे मैनू ही कह रहे हो मेरा ही भला करना है, फिर मेरा नाम लैके बुलाओ। तो श्री गुरु हरकृष्ण साहब महाराज की सीधी नज़र उहदे ते पई। पातशाह ने आवाज़ दे के तखत तो कहा, जी तुसी अगे आ जाओ उठ के। संगत पिछे वेखण लग पई, किहनूं बुला रहे ने। पातशाह ने कहा, जी तुसी अगे आ जाओ उठ के। संगत पिछे वेखे, चोर ठर गया। हजूर ने फिर रसना तो कहा, जी जसवंत राय जी तुहानूं कह रहे हैं। उहदा नाम इतिहास विच जसवंत राय आया। जसवंत राय जी तुहानूं कह रहे हैं। बस अखां भरियां 10-20 फुट का वकवा होएगा। इतिहास कहंदा संगत विच पिछों उठ के गुरु तक आउंदियां ऐं लगा जिमें जन्मां जन्मां दा भार उतर गया होवे, जिमें 84 का गेड़ मुक गया होवे। सीधा चरनां विच आउंदियां सपार गुरु के चरनां च डिग पिया, हथ जोड़ के कहंदा, पातशाह मैं चोर हाँ, मैं चोर हाँ पातशाह। श्री गुरु हरकृष्ण साहब महाराज जी ने बचन किया, भाई इत्थे वड्डे वड्डे पतित पावन हो जाते ने, बस कोई अंदरों मन ले कि हम अवगण भरे एक गुण नाही, पढ़ो हम अवगण अमृत छाट बिख बिख खाई, माया मोह भरम पै भूले सुत दारास। एक उत्तम पंथ सुनियो गुर संगत, तह मिलंत जम त्रास मिटाई। एक अरदास पाठ कीरत की, गुर रामदास राखो शरण। बस कोई मन ले कि कामी क्रोधी चातुरी, चोर बाजीगर वे काम, निंदा करते जन्म सिरानो, कबू न सिमरियो राम। कोई औगण मन ले, पातशाह कृपा करो। काम क्रोध लोभ झूठ निंदा, इनते आप छड़ावो। ए पीतर तिन का डारो, अपन निकट बुलावो। कोई अरदास करे, गुरु उस वक्त उस पतित नूं पावन कर दिंदा। एक बार सारे प्यार नाल पढ़ो, अपना नाम जपावो, अपना नाम जपावो, अपना नाम जप, अपना अपना नाम जपावो, अपना नाम जपावो, अपना नाम जप। काम क्रोध लोभ झूठ निंदा, काम क्रोध लोभ झूठ निंदा, काम क्रोध लोभ झूठ, काम क्रोध लोभ इनते आप छड़ावो, इनते आप छड़ावो, इनते आप छड़ावो। जी अपना नाम जपावो, अपना नाम जपावो, अपना नाम जपा, अपना। जदों चोर जसवंत राय डिग पिया गुरु हरकृष्ण साहब के चरनां, पातशाह ने सिर ते हथ रख के कहा, बेटा ये जन्म चोरियां करने वास्ते नहीं मिलिया। वड्डे वड्डे चोर बख्शे जाते हैं, पर कोई चोर मन ले कि मैं चोर हाँ, वो गुरु अगे कवे, सतगुरु आ कुछ औगण मेरे विच ने, पातशाह कृपा बख्शिश करो। हे अकाल पुरख वाहिगुरु, हे सतगुरु आ औगण मेरे विच ने, कोई एडमिट कर ले, कोई मन ले, फिर गुरु बख्शिंदा वो बख्श दिंदा। कोई मन के अंदरों कवे कि हों अपराधी गुनहागार,
हों वे मुख मंदा, चोर जार जुआर हों पर घर जो हंदा, निंदक दुष्ट हराम खोर, ठग देश ठगंदा, विश्वास घाती अकिरत घन, मैं को ना रखंदा, सिमर मुरीदा ढाडिया सतगुर बख्शंदा। गुरु बख्श दिंदा है। अज पातशाह ने जसवंत राय नूं बख्श दिता। पातशाह ने कहा हुण तू चोर नहीं रहा। साध संगत उन्हें फिर ऐसी सेवा की, सतगुरु ने उन्होंने प्रवान किते, सिखां विच लियांदा। हजूर ने कहा तू यस खट्टेगा, तू जसवंत है, तेनू दुनिया के अंदर यस होएगा, पर शर्त एक है, उस अकाल पुरख वाहिगुरू दा जस गा, तू राय बनेगा, राजा बनेगा। साध संगत गुरु की बख्शिश कृपा हुई, उहदी कुल दे राय गोत वाले सतगुर सच्चे पातशाह दे लंबे समय 10वें पातशाह तक सिख रहे। कहण तो भाव जे आपां चित्त दे अंदर अपने औगण मन के गुरु अगे अरदास करिए, गुरु वड्डे तो वड्डा औगण तो दिंदा है। तुसीं भागां वाले हो, चित्त जोड़ के गुरु चरनां विच बैठे हो। सतगुरु कृपा बख्शिश करन। हर बंदा सुख चाहुंदा है, आनंद चाहुंदा है, पर गुरु कोलों राह पुछना पेगा, महाराज रस्ता सानू दसो। क्योंकि गुरु की मत का अर्थ है गुरु का राह सीखना। किसी मंजिल ते पहुंचना होवे पहला राह पुछीदा। खाली स्कूल के गेटां नूं मत्था टेक के कदे किसी स्टूडेंट नूं डिग्री नहीं मिली, उन्होंने पढ़ना पैंदा है। इदां गुरु के दर उत्ते आके खाली मत्था नहीं टेकना, गुरु का उपदेश ग्रहण करना है। फिर पातशाह सानू राह दसदे ने, सिमरो सिमर सिमर सुख पावो, कल कलेश तन माहे बटावो। एक बेनती मैं करनी है, समा समाप्त है। ये अक्सर दे वर्णा विच बेनती की। पहली गल, वहमां भरमां तो बचो। महादिवस मूरत भले, दिन भी वो सोहना है, मुहूर्त भी चंगा, महीना भी चंगा। ना कोई दिन माड़ा हुंदा, ना कोई महीना माड़ा हुंदा। कई बार कोई काम ना बने, लोग कहते अज दिन ही नहीं सी चंगा। दिन तो चंगा सी भाई, तू रब दा नाम नहीं जपिया। जदों जपेगा फिर सारे दिन भले। महादिवस मूर्त भले, जिसको नदर करे। कोई दिन माड़ा चंगा नहीं, रब ते भरोसा रख के चलो। नाम जपोगे सारे दिन चंगे ही चंगे, कोई दिन माड़ा नहीं है। असीं दिनां नूं दोष ना दईए। ये जीवन में उतार चढ़ा घाटे वधदे चलते रहते हैं। कदे कमाई ज़्यादा भी होंदी, कदे घट भी होंदी है, तो चलता ही रहता है। उहदे उत्ते विश्वास रखो और वहमां भरमां तो बचो। मैं कई थावां ते बेनती की है। नवीं बीमारी बहुत चली, हुण लोग हटन लग पे। वैसे पैरों में काले धागे लोग बन्नण लग पे सी, वो नवां ही फैशन चलिया होया सी। कुड़ियां मुंडे बीबियां बच्चे छोटे न्याणियां दे पैरां च बन्ने हुए, कादे वास्ते? कहते जी नज़र ना लग जाए। हद हो गई गल वाली। तुहानूं गुरु गोबिंद सिंह महाराज दे दिते कड़े उत्ते विश्वास नहीं है? कलगीधर पातशाह ने सानू 5 ककारी बाणा दिता है। सब तो पहला हथ विच लोहे का कड़ा पवाया, वो सिखा तैनू गुरु ते विश्वास होवे। हथ च पहनिया लोहे का कड़ा, ये याद रखी, तू गुरु ते भरोसा रख के ककार पहने ने। जे गुरु दे ककारां ते बाणी ते गुरु ते भरोसा रखे, जिड्डे वड्डे मर्जी टूने तो टप जाए, तेरा बाल गंगा नहीं होएगा। क्यों भाई? तैनू लिख के दिता है गुरु ने। दुकालंग परणासी दयालंग स्वरूपे, सदा अंग संगे अपंगंग बेपूते। इन्हां वहमां भरमां तो बचना है। दूजी बेनती एक उचेचे तौर पर भैणां नूं है। भैणों, तुहाडे हथ विच बहुत कुछ रब ने कृपा बख्शिश की है। इतिहास कहता है जदों सिक्खी तो सिख माझे दे मुनक्कर होके भज गए, 10वें पातशाह नूं विदावा दे के चले गए, उदों जे किसी ने मोड़िया तो भैन का योगदान है। भैणों ने मोड़ दिता। माई भागो वर्गियां ने जदों बंगार पा के कहा, तो साध संगत सिक्खी तो टुटिया नूं दुबारा सिक्खी नाल जोड़िया। बाबे फरीद की मां ने शक्कर दियां पुड़ियां रख रख के बाबे फरीद नूं रब वर्गा बनाता। वो शक्कर गंज बाबा फरीद साहब बन गए, रब नाल जुड़ गए। क्यों? बेटा अल्लाह ताला शक्कर दिंदा, तू नमाज पढ़िया कर। आपां अपने बच्चों नूं जोड़िए किसी तरीके।
क्योंकि सब तो कॉस्टली प्रॉपर्टी, महंगी जायदाद तुहाडी अपनी औलाद है। जिहदे बच्चे गुरु नाल, शब्द नाल, बाणी नाल जुड़ गए, तुसीं अमीर होवोगे। जे बच्चे गुरु नालों टुटे हुए, माफ करियो 40 किले भावें होर खरीद लियो, वो बंदा कंगाल ही रहिंदा है। सिੱਖੀ नाल जोड़ो बच्चों, ਉਹਦੇ वास्ते को चेचे तौर पर ਤੁਹਾਨੂੰ बेनती है, बहुत सौखा काम है। घर में दही बनाते हो भैनों, दही बनाते हो? हुण तो पिंडां च भी बंद ही हो गया। पता क्यों? जादियां वो बंद डब्बियां नहीं आईयां दही वालियां, बस बनाना ही बंद करता। वे 10 रुपए 20 की फड़ो दुकान तो, लोड़ की है दही बनाने की? घर में दही बनाते हो तो उहदे कोलों कोई सिख लियो उस गल तो। मैं कई बार ये बेनती तकरीबन हर दीवान में करदा भी चलो तुहाडे चरणों पिछे साडा भी भला होएगा। 2 चमचे दही दे माइयां रख लैंदियां ने, कादे वास्ते? कल सवेरे दही होर बनाउणा है। राती 2 किलो दुध कोसा गर्म करके 2 चमचे दही दे विच पाउंदे ने। रातों रात 2 किलो दुध भी की बन जांदा? दही बन जांदा। ਉਹਨੂੰ ਕਹਿੰਦੇ ਜਾਗ ਲਾਉਣਾ, ਉਹਨੂੰ ਕਹਿੰਦੇ ਜੰਮਣ ਲਾਉਣਾ। ਭਾਈ ਉਹ 2 ਚਮਚੇ ਦਹੀਂ ਦੇ ਪਾਏ ਤੇ 2 ਕਿਲੋ ਦੁੱਧ ਕੀ ਬਣ ਗਿਆ? ਦਹੀਂ ਬਣ ਗਿਆ। 2 ਕਿਲੋ ਦੁੱਧ ਨੇ ਆਪਣਾ ਰੂਪ ਵਟਾ ਲਿਆ। 2 ਚਮਚੇ ਦਹੀਂ ਦੇ ਪਾਉਣ ਨਾਲ ਦੁੱਧ ਨੇ ਵੀ ਆਪਣਾ ਰੂਪ ਵਟਾ ਲਿਆ, ਉਹ ਦਹੀਂ ਬਣ ਗਿਆ। ਇੱਦਾਂ ਤੁਸੀਂ ਆਪਣੇ ਘਰ ਵਿੱਚ ਗੁਰੂ ਦੇ ਸ਼ਬਦ ਦਾ, ਬਾਣੀ ਦਾ ਜਾਗ ਰੋਜ਼ ਲਾ ਸਕਦੇ ਹੋ। ਤੁਹਾਨੂੰ ਬੇਨਤੀ ਹੈ ਤੁਸੀਂ घर में शब्द का जाग लाओ, फिर किते भटकन की लोड़ नहीं। जदों सवेरे उठ के चाह बनाते हो ना, सब तो पवित्र जगह तुहाडे घर च रसोई है, जिथे हथ पैर धो के जाईदे, गंदे पैर नहीं लैके जाईदे, रसोई में सफाई रखी दी है, उन्होंने पाकशाल कहते हैं गुरमत में। जदों सवेरे उठ के चाह बनानी है तो एक काम भैनों कर लिया करो, गैस बाल के चाह का पानी रखे तो सिर ढक के गैस बालदे सार कह दिया करो सतनाम श्री। जदों फिर वो पानी दे विच पत्ती पाउणी है, कोई सौंफ मसाला पाउंदे हो, चुटकी भर के पाई ते नाले कहता सतनाम श्री। फिर शक्कर खंड कोई पाई विच, शक्कर पाउण लग्या, गुड़ खंड पाउण लग्या, एक बार फिर कहता सतनाम श्री वाहिगुरू। जदों चाह बन गई, वो चाह दुध तुहाडे बच्चों ने, परिवार ने पीना है। जदों तिहार हो गया, उदों कप्पां विच पुन्न लग्या, गिलासां च पाउण लग्या, एक बार फिर कह दिया करो सतनाम श्री। 5-6 बार वाहिगुरू कह हो गया। मेरा विश्वास है 1 महीने बाद तुहानूं रिजल्ट बैक आउण लग पैणगे घर च। 1 महीने बाद तुहानूं रिजल्ट परिवार विच बैक आउण लग पैणगे। जदों तुसी सतनाम वाहिगुरू जप के चाह बनाओगे, दुध तिहार करोगे, 1 महीने बाद वेखियो जिन्ने परिवार के मैंबर सवेरे चाह दुध पींदे ने, वो पीण लग्या आपे ही जपण लग पैणगे सतनाम श्री वाहिगुरू। जे सारे परिवार के मैंबर सवेरे उठदे चाह पीण लग्या वाहिगुरू कहण, फिर कल कलेश तो रह ही नहीं सकता। ये तो गुरु ने लिख के दिता है, सिमरो सिमर सिमर सुख पावो, कल कलेश तन माहे मिटावो। इन्ना काम कर लोगे भैनों? रोज सवेरे शुरू कर दोगे? बई भैनों सुन लिया, कर दोगे? ਇਹਦਾ हथ खड़े करो भी चाह बनाउण लग्या सतनाम वाहिगुरू कहने बोले सो निहाल। लै हुण तुहाडा होमवर्क इन्ना क पक्का हो गया भी जदों सवेरे चाह दुध बनाउणा तां सवेरे चाह बनाउंदे 5-6 बार वाहिगुरू कहने, सिर ढक के कहने सतनाम श्री वाहिगुरू। ते नाल एक बेनती ये है भी जिहड़ियां भैणां बंदियां कोलों चाह बनवाउणियां वो बंदियां नूं कह दिओ। कई बंदियां कोलों भी चाह बनवाउणियां ना सवेरे, वो तुहानूं बेनती उदां माड़ी गल नहीं है, चाह बनाउणी कोई माड़ी गल नहीं। जे कोई सवेरे बंदा भी बनाउंदा है इह हेठी ना समझिओ। वो तो मैं तां कहा भी जिहड़ियां भैणां ने बंदियां दी सवेरे ड्यूटी लाई हुई है वो फिर नाल ही ड्यूटी ला दिओ। वे जे सरदार जी चाह बनाउणी है तो भाई साहब कह के गए वे वाहिगुरू भी कहना तू, इन्नी क ड्यूटी नाल ला दिओ। सतगुरु कृपा करन, वाहिगुरू जप के भोजन प्रशादा चाह पानी बनाओगे, गुरु ने लिख के दिता है। एक बार पढ़ो फिर समाप्ति है। सिमर सिमर सुख पावो सिमरो
सिमर सिमर सुख पावो, सिमर सिमर सुख पावो, सिमरो सिमर सिमर सुख पावो, सिमर सुख। ਗੱਜ ਕੇ ਪੜੋ। ਉਦਾਂ ਤੁਸੀਂ ਪ੍ਰਸ਼ਾਦਾ ਪਾਣੀ ਛਕ ਕੇ ਆਏ, ਤਕੜੇ ਹੋ ਕੇ ਬੋਲਿਆ ਕਰੋ, ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਸੁਖ, ਸਿਮਰੋ ਸਿਮਰ ਸਿਮਰ। ਕਲ ਕਲੇਸ਼ ਤਨ ਮਾਹੇ ਮਿਟਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਕਲ ਕਲੇਸ਼, ਕਲ ਕਲੇਸ਼ ਤਨ ਮਾਹੇ ਮਿਟ। ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਸੁਖ, ਸਿਮਰੋ ਸਿਮਰ ਸਿਮਰ ਸੁਖ, ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਤਿਗੁਰੂ ਕਿਰਪਾ ਬਖਸ਼ਿਸ਼ ਕਰ।